Yes, please. Let us Good start. morning, sir. Good morning, sir. Good morning. Good morning, sir. Good morning. Good morning, Good everyone. morning, Good sir. morning. Good morning. Good morning. Good morning, everyone. Let us start. Today we will discuss NAPSILA examination, paper number 3, Punjab Tenancy Act, Punjab Tenancy Act 1887. आपने अपनी बुक्स ओपन कर लो जी. पंजाब टेनेंसी एक्ट 1887, चैप्टर नंबर सेक्शन 75 तो चैप्टर नंबर 7, jurisdiction and procedure. Jurisdiction and procedure. Chapter number 7, jurisdiction and procedure. jurisdiction ਕਿਹੜੀ ਆਫੀਸਰ ਦੀ ਕਿਸ ਕੋਰਟ ਦੀ ਕਿਹੜੀ jurisdiction ਹੁੰਦੀ ਹੈ, ਕਿਹੜੇ ਕੇਸ ਸੁਣਨ ਦੀ ਅਧਿਕਾਰ ਖੇਤਰ ਹੁੰਦਾ ਹੈ, ਕਿਸ ਅਮਾਉਂਟ ਤੱਕ ਦੀ ਪੈਕੂਨਰੀ jurisdiction ਹੁੰਦੀ ਹੈ, ਦੋ ਤਰ੍ਹਾਂ ਦੀ jurisdiction ਹੁੰਦੀ ਹੈ ਕਿਸੇ ਵੀ ਕੋਰਟ ਦੀ. ਇੱਕ ਹੁੰਦੀ ਹੈ ਟੈਰੀਟੋਰੀਅਲ jurisdiction, ਦੂਜੀ ਹੁੰਦੀ ਹੈ ਪੈਕੂਨਰੀ jurisdiction. ਟੈਰੀਟੋਰੀਅਲ ਕਿਹੜਾ ਪਿੰਡ ਕਿਹੜੀ ਕੋਰਟ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਠੀਕ ਹੈ. ਤੇ ਜਿਹੜੀ ਹੈਗੀ ਹੈ ਪੈਕੂਨਰੀ jurisdiction, ਕਿਸ ਅਮਾਉਂਟ ਦੀ ਹੱਦ ਤੱਕ ਦੇ ਜਿਹੜੇ ਕੇਸ ਨੇ ਕਿਹੜੀ ਕੋਰਟ ਸੁਣ ਸਕਦੀ ਹੈ, ਕਿਸ ਅਮਾਉਂਟ ਦੀ ਹੱਦ ਤੱਕ ਦੇ ਜਿਹੜੇ ਕੇਸ ਨੇ ਕਿਹੜੀ ਕੋਰਟ ਸੁਣ ਸਕਦੀ ਹੈ, ਇਹ ਹੁੰਦੀ ਹੈ ਪੈਕੂਨਰੀ jurisdiction. ਤੇ ਇਹਦੇ ਵਿੱਚ ਨਾਲ ਹੀ ਪ੍ਰੋਸੀਜਰ ਦੀ ਗੱਲ ਕੀਤੀ ਗਈ ਹੈ ਤੇ ਨਾਲ ਹੀ jurisdiction ਦੀ ਗੱਲ ਕੀਤੀ ਗਈ ਹੈ. ਸੈਕਸ਼ਨ 75 ਕੀ ਕਹਿੰਦਾ ਹੈ? ਸੈਕਸ਼ਨ 75 ਹੈ ਰੈਵਨਿਊ ਆਫੀਸਰਸ. ਰੈਵਨਿਊ ਆਫੀਸਰ ਦੀ ਡੈਫੀਨੇਸ਼ਨ ਦਿੱਤੀ ਗਈ ਹੈ. ਅਸੀਂ ਪੰਜਾਬ ਲੈਂਡ ਰੈਵਨਿਊ ਐਕਟ 1887 ਪੜ੍ਹਿਆ ਸੀਗਾ. ਉਹਦਾ ਸੈਕਸ਼ਨ 6 ਸੀਗਾ, ਇੱਥੇ ਨੋਟ ਕਰ ਲਓ ਤੁਸੀਂ. ਸੈਕਸ਼ਨ 6 ਸੀਗਾ ਜਿਹਦੇ ਵਿੱਚ ਲਿਖਿਆ ਸੀਗਾ ਰੈਵਨਿਊ ਆਫੀਸਰ, ਕਲਾਸਿਸ ਆਫ ਦਾ ਰੈਵਨਿਊ ਆਫੀਸਰ ਕਿਹੜੀਆਂ ਹੁੰਦੀਆਂ ਨੇ. ਸੈਕਸ਼ਨ 6 ਅਸੀਂ ਪੜ੍ਹ ਕੇ ਗਿਆ, ਦੈਟ ਇਜ਼ ਸੇਮ, ਬਿਲਕੁਲ ਕੋਈ ਫਰਕ ਨਹੀਂ ਇਹਦੇ ਵਿੱਚ ਹੈਗਾ. ਕਿਹੜੀਆਂ ਕਲਾਸਿਸ ਸੀਗੀਆਂ ਰੈਵਨਿਊ ਆਫੀਸਰ ਦੀਆਂ? ਫਾਈਨੈਂਸ਼ੀਅਲ ਕਮਿਸ਼ਨਰ, ਫਿਰ ਕਮਿਸ਼ਨਰ, ਫਿਰ ਕਲੈਕਟਰ, ਫਿਰ ਅਸਿਸਟੈਂਟ ਕਲੈਕਟਰ ਆਫ ਦਾ ਫਸਟ ਗ੍ਰੇਡ, ਦੈਨ ਅਸਿਸਟੈਂਟ ਕਲੈਕਟਰ ਆਫ ਦਾ ਸੈਕੰਡ ਗ੍ਰੇਡ. ਅਸੀਂ ਸੈਕਸ਼ਨ 6 ਪੜ੍ਹਿਆ ਸੀਗਾ. ਤੇ ਨਾਲ ਹੀ ਨਾਲ ਇਹ ਕਿਹਾ ਸੀਗਾ ਵੀ ਜਿਹੜਾ ਡਿਸਟ੍ਰਿਕਟ ਦਾ ਡਿਪਟੀ ਕਮਿਸ਼ਨਰ ਹੁੰਦਾ ਹੈ, ਉਹ ਡਿਸਟ੍ਰਿਕਟ ਦਾ ਜਿਹੜਾ ਹੈਗਾ ਕਲੈਕਟਰ ਦੀਆਂ ਪਾਵਰਸ ਹੁੰਦੀਆਂ ਨੇ. ਤੇ ਨਾਲ ਹੀ ਇਹ ਕਿਹਾ ਗਿਆ ਸੀ ਸੈਕਸ਼ਨ 6 ਦੇ ਵਿੱਚ ਸਟੇਟ ਗਵਰਨਮੈਂਟ ਕਿਸੇ ਵੀ ਅਸਿਸਟੈਂਟ ਕਮਿਸ਼ਨਰ ਨੂੰ, ਐਕਸਟਰਾ ਅਸਿਸਟੈਂਟ ਕਮਿਸ਼ਨਰ ਨੂੰ ਜਿਹੜੀਆਂ ਪਾਵਰਸ ਹੈਗੀਆਂ ਨੇ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਦੀਆਂ ਜਾਂ ਸੈਕੰਡ ਗ੍ਰੇਡ ਦੀਆਂ, ਜਾਂ ਕਿਸੇ ਵੀ ਤਹਿਸੀਲਦਾਰ ਨਾਇਬ ਤਹਿਸੀਲਦਾਰ ਨੂੰ ਜਿਹੜੀਆਂ ਪਾਵਰਸ ਹੈਗੀਆਂ ਨੇ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਦੀਆਂ ਜਾਂ ਸੈਕੰਡ ਗ੍ਰੇਡ ਦੀਆਂ ਦਿੱਤੀਆਂ ਜਾ ਸਕਦੀਆਂ ਨੇ. ਇਹ ਹੈਗਾ ਜੀ ਸਾਡਾ ਸੈਕਸ਼ਨ 6. ਇਹ ਸੈਕਸ਼ਨ 75 ਦੇ ਵਿੱਚ ਕਿਹਾ ਗਿਆ ਕਲਾਸਿਸ ਆਫ ਦਾ ਰੈਵਨਿਊ ਆਫੀਸਰ ਦੀ ਡੈਫੀਨੇਸ਼ਨ ਦਿੱਤੀ ਗਈ ਹੈ, ਜਿਹੜੀ ਕਿ ਆਪਾਂ ਸੈਕਸ਼ਨ 6 ਦੇ ਮੁਤਾਬਕ ਇਹਦੇ ਵਿੱਚ ਕਿਹਾ ਗਿਆ, ਇਹਦਾ ਰੈਫਰੈਂਸ ਵੀ ਦਿੱਤਾ ਗਿਆ ਹੈਗਾ. ਸੇਮ ਪਾਵਰ ਐਜ਼ ਗਿਵਨ ਇਨ ਦਾ ਲੈਂਡ ਰੈਵਨਿਊ ਐਕਟ 1887. ਦੈਨ ਇਹ ਸੈਕਸ਼ਨ 76 ਹੈਗਾ ਐਪਲੀਕੇਸ਼ਨ ਐਂਡ ਪ੍ਰੋਸੀਡਿੰਗਸ cognizable by the revenue officers. ਕਿਹੜੀਆਂ ਐਪਲੀਕੇਸ਼ਨਸ ਤੇ ਕਿਹੜੀ ਪ੍ਰੋਸੀਡਿੰਗਸ ਜਿਹੜੀਆਂ ਰੈਵਨਿਊ ਆਫੀਸਰ ਨੇ ਅਟੈਂਡ ਕਰਨੀਆਂ ਨੇ, ਕਿਹੜੀਆਂ ਅਰਜ਼ੀਆਂ ਕਿਸ ਰੈਵਨਿਊ ਆਫੀਸਰ ਦੇ ਦਿੱਤੀਆਂ ਜਾ ਸਕਦੀਆਂ ਨੇ, ਉਹਦੇ ਬਾਰੇ ਇਹ ਵੇਰਵਾ ਦਿੱਤਾ ਗਿਆ ਹੈਗਾ. ਐਪਲੀਕੇਸ਼ਨਸ ਐਂਡ ਪ੍ਰੋਸੀਡਿੰਗ ਮਾਈਟ ਬੀ ਮੇਡ ਔਰ ਹੈਡ ਗਰੁੱਪ ਬਣਾਏ ਗਏ ਹੈਗੇ. ਗਰੁੱਪ ਨੰਬਰ ਫਸਟ ਗਰੁੱਪ ਬਣਾਇਆ ਗਿਆ ਪ੍ਰੋਸੀਡਿੰਗਸ ਅੰਡਰ ਸੈਕਸ਼ਨ 27 for the adjustment of rents expressed in terms of the land revenue. ਸੈਕਸ਼ਨ 27 ਅਸੀਂ ਪਿੱਛੇ ਪੜ੍ਹ ਕੇ ਗਿਆ, ਜਦੋਂ ਰੈਂਟ ਦੀ ਐਡਜਸਟਮੈਂਟ ਕਰਨੀ ਹੁੰਦੀ ਹੈ ਐਜ਼ ਪਰ ਲੈਂਡ ਰੈਵਨਿਊ, ਇਹ ਗਰੁੱਪ 1 ਦਾ ਪਾਰਟ ਕਿਹਾ ਗਿਆ. ਇਦਾਂ ਦੀ ਜਿਹੜੀ ਪ੍ਰੋਸੀਡਿੰਗ ਹੈ ਕਿਹੜੀ ਕੋਰਟ ਚੱਲੇਗੀ ਅੱਗੇ ਜਾ ਕੇ ਦੇਖਾਂਗੇ ਆਪਾਂ. ਤੇ ਦੂਸਰਾ ਬੀ ਪਾਰਟ ਚ ਕਿਹਾ ਹੈਗਾ ਪ੍ਰੋਸੀਡਿੰਗਸ ਰਿਲੇਟਿੰਗ ਟੂ ਦਾ ਰਿਮਿਸ਼ਨ ਐਂਡ ਸਸਪੈਂਸ਼ਨ ਆਫ ਦਾ ਰੈਂਟ ਅੰਡਰ ਸੈਕਸ਼ਨ 30. ਰਿਮਿਸ਼ਨ ਰੈਂਟ ਕਦੋਂ ਹੁੰਦਾ ਹੈ, ਸਸਪੈਂਸ਼ਨ ਰੈਂਟ ਕਦੋਂ ਹੁੰਦਾ ਹੈ? ਜਦੋਂ ਕਿਤੇ ਨੈਚੁਰਲ ਕਲੈਮਿਟੀ ਆ ਜਾਂਦੀ ਹੈ, ਕੋਈ ਬਾੜ ਆ ਗਈ, ਗੜੇ ਪੈ ਗਏ, ਖੇਤ ਖਰਾਬ ਹੋ ਗਏ, ਠੀਕ ਹੈ, ਉਦੋਂ ਜਿਹੜੇ ਲੈਂਡਲੌਰਡਸ ਹੁੰਦੇ ਆ ਜਾਂ ਟੇਨੈਂਟਸ ਹੁੰਦੇ ਆ, ਇਹਦੇ ਵਿੱਚ ਟੇਨੈਂਟ ਦੀ ਗੱਲ ਕਰਦੇ ਆ, ਅਦਰਵਾਈਜ਼ ਲੈਂਡਲੌਰਡਸ ਹੁੰਦੇ ਆ ਜਿਹੜੇ ਵੀ ਖੇਤੀਬਾੜੀ ਕਰਦੇ ਆ, ਉਹ ਰਿਮਿਸ਼ਨ ਮੰਗਦੇ ਆ, ਸਸਪੈਂਸ਼ਨ ਮੰਗਦੇ ਆ ਵੀ ਜਿਹੜਾ ਲੈਂਡ ਰੈਵਨਿਊ ਹੈਗਾ ਉਹ ਮਾਫ ਕੀਤਾ ਜਾਵੇ, ਜਾਂ ਟੇਨੈਂਟ ਮੰਗਦੇ ਆ ਵੀ ਸਾਡਾ ਜਿਹੜਾ ਰੈਂਟ ਹੈ ਉਹ ਮਾਫ ਕੀਤਾ ਜਾਵੇ. ਇੱਦਾਂ ਦੀ ਜਿਹੜੀਆਂ ਪ੍ਰੋਸੀਡਿੰਗ ਹੈਗੀਆਂ ਗਰੁੱਪ 1 ਚ ਆ ਜਾਂਦੀਆਂ ਨੇ. ਫਿਰ ਐਪਲੀਕੇਸ਼ਨਸ ਅੰਡਰ ਸੈਕਸ਼ਨ 43
ejectment of a tenant against whom a decree of arrear of rent has been passed। ਜਦੋਂ ਕਿਸੇ ਟੈਨੈਂਟ ਦੇ ਖਿਲਾਫ ਕਿਸੇ ਉਹਨੇ ਰੈਂਟ ਉਹਦੇ ਵੱਲ ਕੋਈ ਰੈਂਟ ਡਿਊ ਹੁੰਦਾ ਹੈ ਤਾਂ ਜਿਹੜਾ ਲੈਂਡਲੋਰਡ ਹੁੰਦਾ ਹੈ, ਉਹ ਡਿਗਰੀ ਪਾਸ ਕਰਵਾ ਲੈਂਦਾ ਹੈ ਟੈਨੈਂਟ ਦੇ ਹੱਕ ਦੇ ਵਿੱਚ, ਉਹਨੂੰ ਐਜੈਕਟਮੈਂਟ ਕੀਤਾ ਜਾਣਾ ਹੁੰਦਾ ਹੈ। ਠੀਕ ਹੈ, ਉਦਾਂ ਦੀ ਜਿਹੜੀ ਪ੍ਰੋਸੀਡਿੰਗ ਹੈ ਕਿੱਥੇ ਚੱਲਦੀ ਹੈ। ਦੈਨ ਐਪਲੀਕੇਸ਼ਨ ਹੈਗੀ ਹੈ ਅੰਡਰ ਆਰਡਰ 45 subsection 5 for the ejectment of a tenant on whom a notice of ejectment has been served and who has not instituted a suit। ਜਦੋਂ ਕਿਸੇ ਨੂੰ ejectment ਦਾ ਆਰਡਰ ਜਾਰੀ ਕੀਤਾ ਜਾਂਦਾ ਹੈ ਤੇ ਨਾਲ ਹੀ ਉਹਨੂੰ ਕਿਹਾ ਜਾਂਦਾ ਹੈ ਟੈਨੈਂਟ ਨੂੰ ਵੀ ਤੁਸੀਂ ਆਪਦਾ ਜੇ ਤੁਹਾਡਾ ਕੋਈ ਕਲੇਮ ਬਣਦਾ ਹੈ, ਤੁਹਾਡੀ ਕੋਈ ਇੰਟਾਈਟਲਮੈਂਟ ਹੈਗੀ ਹੈ ਕਿਸੇ ਇੰਪਰੂਵਮੈਂਟ ਦੀ, ਇਹਨੂੰ ਇੰਪਰੂਵਮੈਂਟ ਨੂੰ ਲੈ ਕੇ ਕੋਈ ਕੰਪਨਸੇਸ਼ਨ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸੂਟ ਫਾਈਲ ਕਰ ਸਕਦੇ ਹੋ 1 ਈਅਰ ਦੇ ਅੰਦਰ ਅੰਦਰ। ਜਾਂ ਫਿਰ ਐਪਲੀਕੇਸ਼ਨ ਹੈਗੀ ਆ ਅੰਡਰ ਸੈਕਸ਼ਨ 3 for 53 and 54 for fixing the value of the right of occupancy। ਰਾਈਟ ਆਫ ਆਕੂਪੈਂਸੀ ਸੰਬੰਧੀ ਕੋਈ ਐਪਲੀਕੇਸ਼ਨ ਹੈ, ਕੋਈ ਅਰਜੀ ਦੇਣੀ ਹੈਗੀ ਹੈ 53 54 ਦੇ ਸੈਕਸ਼ਨ ਦੇ ਅਧੀਨ ਐਪਲੀਕੇਸ਼ਨ ਹੈ ਕੋਈ ਵੀ ਪੋਜੈਸ਼ਨ ਦੇ ਲਈ, ਲੈਂਡਲੋਰਡ ਫॉर द possession of landlord to right of occupancy in which has become extinct for the possession when lost occupancy right। ਐਫ ਦੇ ਵਿੱਚ ਕੀ ਹੈਗਾ, ਜਦੋਂ ਆਕੂਪੈਂਸੀ ਰਾਈਟਸ ਉਹਦੇ ਲੋਸਟ ਹੋ ਜਾਂਦੇ ਨੇ ਕਿਸੇ ਕਾਰਨ, ਉਹ ਖੇਤੀ ਪ੍ਰੋਪਰ ਤਰੀਕੇ ਨਾਲ ਨਹੀਂ ਕਰਦਾ, ਉਹ ਖੇਤੀ ਛੱਡ ਦਿੰਦਾ ਹੈਗਾ। ਠੀਕ ਹੈ, ਆਪਾਂ ਪਿੱਛੇ ਪੜ੍ਹ ਕੇ ਗਏ ਕੁਝ ਕਲਾਸਿਸ ਪੜ੍ਹੀਆਂ ਸੀਗੇ, ਜਦੋਂ ਆਕੂਪੈਂਸੀ ਟੈਨੈਂਟ ਹੈ ਉਹ ਆਪਣੀ ਜਿਹੜੀ ਜ਼ਿੰਮੇਵਾਰੀਆਂ ਪ੍ਰੋਪਰ ਤਰੀਕੇ ਨਾਲ ਨਹੀਂ ਨਿਭਾਉਂਦਾ ਤਾਂ ਉਹਦੇ ਆਕੂਪੈਂਸੀ ਰਾਈਟਸ ਕਦੋਂ ਉਹ ਗਵਾ ਬੈਠਦਾ ਹੈਗਾ। ਇੱਦਾਂ ਦੀ ਪ੍ਰੋਸੀਡਿੰਗ। ਫਿਰ ਪ੍ਰੋਸੀਡਿੰਗ ਹੈਗੀ ਹੈ ਚੈਪਟਰ 6 ਦੇ ਅਧੀਨ ਹੈਗੀ ਇੰਪਰੂਵਮੈਂਟ ਸਬਸ ਡਿਸਟਰਬੈਂਸ। ਉਹਨੇ ਕੋਈ ਅਵਾਰਡ ਫਾਰ ਦਾ ਕੰਪਨਸੇਸ਼ਨ, ਉਹਨੇ ਕੋਈ ਨਾਲ ਲੱਗਦੀ ਖੇਤ ਜਿਹੜੇ ਹੈਗੇ ਸੀ ਉਹ ਵਾਹ ਲਏ ਸੀਗੇ, ਜੰਗਲ ਵਗੈਰਾ ਤੋੜ ਕੇ, ਝਾੜੀਆਂ ਵਗੈਰਾ ਤੋੜ ਕੇ ਆਪਦੇ ਜਿਹੜੀ ਟੈਨੈਂਸੀ ਸੀ ਉਹਦੇ ਨਾਲ ਕੋਈ ਖੇਤ ਜਿਹੜਾ ਸੀਗਾ ਉਹ ਇੰਪਰੂਵ ਕਰ ਲਿਆ ਸੀ। ਉਹਦੇ ਸੰਬੰਧ ਵਿੱਚ ਉਹਨੂੰ ਕੋਈ ਜਦੋਂ ਉਹਨੂੰ ਮਤਲਬ ਉਹਦੇ ਤੋਂ ਕਬਜ਼ਾ ਲਿਆ ਜਾ ਰਿਹਾ ਹੈ ਤਾਂ ਉਹ ਇੰਪਰੂਵਮੈਂਟ ਦੀ ਜਿਹੜੀ ਕੰਪਨਸੇਸ਼ਨ ਦੀ ਮੰਗ ਕਰਦਾ ਹੈਗਾ। ਇਹ ਸਾਰੀਆਂ ਪ੍ਰੋਸੀਡਿੰਗ ਜਿਹੜੀਆਂ ਗਰੁੱਪ 1 ਦੇ ਵਿੱਚ ਆਉਂਦੀਆਂ ਨੇ, ਜਿਨ੍ਹਾਂ ਦੀ ਜਿਹੜੀ ਕਾਰਵਾਈ ਹੈ ਕਿਹੜੀ ਕੋਰਟ ਦੇ ਵਿੱਚ ਚੱਲੇਗੀ ਇਹ ਦੱਸਿਆ ਗਿਆ ਹੈਗਾ। ਅੱਗੇ ਜਾ ਕੇ ਦੱਸਾਂਗੇ ਤੁਹਾਨੂੰ ਕਿਹੜੀ ਕੋਰਟ ਚੱਲੇਗੀ ਨੀਚੇ ਜਿਹੜਾ ਫਿਰ ਅੱਗੇ ਗਰੁੱਪ 2 ਹੈਗਾ। ਗਰੁੱਪ 2 ਯਾਨੀ ਕਿ ਗਰੁੱਪ ਜਿਹੜਾ 1 ਹੈਗਾ, ਗਰੁੱਪ 1 ਦੀ ਜਿਹੜੀ ਕਾਰਵਾਈ ਚੱਲਦੀ ਹੈ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਦੇ ਚੱਲਦੀ ਹੈ, ਯਾਨੀ ਕਿ ਐਸਟੀਡੀ ਕੋਰਟ ਚੱਲਦੀਆਂ ਜਿਹੜੀਆਂ ਆਪਾਂ ਉੱਪਰ ਪੜ੍ਹ ਕੇ ਗਏ ਹਾਂ। ਗਰੁੱਪ 1 ਦੀਆਂ ਜਿਹੜੀਆਂ ਕਾਰਵਾਈਆਂ ਨੇ, ਐਪਲੀਕੇਸ਼ਨ ਨੇ, ਜੇ ਪ੍ਰੋਸੀਡਿੰਗ ਨੇ, ਉਹ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਦੀ ਕੋਰਟ ਚੱਲਦੀਆਂ ਨੇ। ਅੱਗੇ ਦਾ ਗਰੁੱਪ 2 ਆ ਗਿਆ ਅਸਿਸਟੈਂਟ ਕਲੈਕਟਰ ਆਫ ਦਾ ਸੈਕੰਡ ਗ੍ਰੇਡ, ਯਾਨੀ ਕਿ ਤਹਿਸੀਲਦਾਰ। ਗਰੁੱਪ 2 ਹੈ ਜਿਹੜਾ, ਇਹਦੀਆਂ ਜਿਹੜੀਆਂ ਵੀ ਐਪਲੀਕੇਸ਼ਨਸ ਨੇ, ਕਾਰਵਾਈਆਂ ਨੇ, ਪ੍ਰੋਸੀਡਿੰਗਸ ਨੇ, ਇਹ ਤਹਿਸੀਲਦਾਰ ਦੀ ਕੋਰਟ 'ਚ ਚੱਲਦੀਆਂ ਨੇ। ਕਿਹੜੀਆਂ ਐਪਲੀਕੇਸ਼ਨ ਹੋ ਸਕਦੀਆਂ ਨੇ? ਡਿਵੀਜ਼ਨ ਆਫ ਦਾ ਪ੍ਰੋਡਿਊਸ, ਕੋਈ ਡਿਵੀਜ਼ਨ ਦਾ ਰੌਲਾ ਪੈ ਗਿਆ, ਕੋਈ ਫਸਲ ਵੰਡਣੀ ਹੈ, ਅਨਾਜ ਵੰਡਣਾ ਹੈ, ਪਾਰਟੀਆਂ ਨੇ ਆਪਸ ਦੇ ਵਿੱਚ ਟੈਨੈਂਟ ਦਾ ਤੇ ਲੈਂਡਲੋਰਡ ਦਾ ਕੋਈ ਆਪਸੀ ਡਿਸਪਿਊਟ ਖੜਾ ਹੋ ਗਿਆ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ, ਅਸੈਸਰ ਨਿਯੁਕਤ ਕੀਤੇ ਜਾਂਦੇ ਨੇ, ਰੈਫਰੀ ਨਿਯੁਕਤ ਕੀਤੇ ਜਾਂਦੇ ਨੇ, ਜਦੋਂ ਕਿਤੇ ਆਪਸੀ ਵੰਡ ਦੀ ਪ੍ਰੋਬਲਮ ਕ੍ਰੀਏਟ ਹੋ ਗਈ ਹੋਵੇ ਆਪਸ ਦੇ ਵਿੱਚ ਪਾਰਟੀਆਂ ਦੇ ਵਿੱਚ। ਠੀਕ ਹੈ, ਇੱਦਾਂ ਦੀ ਕੋਈ ਅਰਜੀ ਜਾਂ ਫਿਰ ਐਪਲੀਕੇਸ਼ਨ ਅੰਡਰ ਆਰਡਰ ਸੈਕਸ਼ਨ 45 for the ejectment of the tenant on whom notice of ejectment has been served and has not instituted a suit to contest। ਆਪਦੇ ਸੂਟ ਨੂੰ ਕੰਟੈਸਟ ਨਹੀਂ ਕਰਦਾ, 2 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਉਸ ਨੂੰ। 2 ਮਹੀਨੇ ਦਾ ਸਮਾਂ ਦੇਣ ਦੇ ਬਾਵਜੂਦ ਵੀ ਆਪਣੀ ਕੋਈ ਜਿਹੜੀ ਹੈਗੀ ਹੈ ਕਲੇਮ ਨਹੀਂ ਕਰਦਾ ਹੈਗਾ। ਐਪਲੀਕੇਸ਼ਨ ਫਾਰ ਦਾ ਡਿਟਰਮੀਨੇਸ਼ਨ ਅੰਡਰ ਸੈਕਸ਼ਨ 49। ਇਹ ਜਿਹੜੇ ਗਰੁੱਪ 2 ਦੇ ਕੇਸਿਸ ਹੈਗੇ ਸਾਰੇ, ਇਹ ਜਿਹੜੀਆਂ ਅਰਜ਼ੀਆਂ ਨੇ ਇਹ ਤਹਿਸੀਲਦਾਰ ਦੀ ਕੋਰਟ ਚੱਲਦੀਆਂ ਨੇ। ਅੱਗੇ ਹੈਗਾ 3rd ਗਰੁੱਪ ਆ ਜਾਂਦਾ ਹੈ। 3rd ਗਰੁੱਪ ਦੀਆਂ ਜਿਹੜੀਆਂ ਅਰਜ਼ੀਆਂ ਨੇ, ਐਪਲੀਕੇਸ਼ਨ ਅੰਡਰ ਸੈਕਸ਼ਨ 31 ਬਾਈ ਦਾ ਟੈਨੈਂਟਸ ਟੂ ਡਿਪੋਜ਼ਿਟ ਰੈਂਟ। ਟੈਨੈਂਟ ਹੈ, ਉਹਦੇ ਤੋਂ ਲੈਂਡਲੋਰਡ ਹੈ, ਰੈਂਟ ਨਹੀਂ ਲੈਂਦਾ ਹੈਗਾ ਕਿਸੇ ਕਾਰਨ, ਜਾਂ ਰੈਂਟ ਵੱਧ ਮੰਗਦਾ ਹੈਗਾ। ਠੀਕ ਹੈ, ਤਾਂ ਟੈਨੈਂਟ ਨੇ ਰੈਂਟ ਜਮ੍ਹਾਂ ਕਰਵਾਉਣਾ ਹੈ ਤਾਂ ਉਹਨੇ ਤਹਿਸੀਲਦਾਰ ਦੀ ਕੋਰਟ ਦੇ ਵਿੱਚ ਐਪਲੀਕੇਸ਼ਨ ਦੇ ਕੇ ਜਿਹੜਾ ਰੈਂਟ ਜਮ੍ਹਾਂ ਕਰਵਾ ਸਕਦਾ ਹੈ। ਜਾਂ ਐਪਲੀਕੇਸ਼ਨ ਟੈਨੈਂਟ ਨੇ ਕੋਈ ਕਬਜ਼ਾ ਛੱਡਣਾ ਹੈ, ਟੈਨੈਂਟ ਨੇ ਕੋਈ ਕਬਜ਼ਾ ਛੱਡਣਾ ਹੈ ਕਿਸੇ ਜ਼ਮੀਨ ਦਾ, ਸਮਾਂ ਪੂਰਾ ਹੋ ਗਿਆ ਜਾਂ ਜੋ ਵੀ ਰੀਜ਼ਨ ਹੈਗਾ, ਉਹਨੇ ਕੋਈ ਨੋਟਿਸ ਭੇਜਣਾ ਹੈ ਲੈਂਡਲੋਰਡ ਨੂੰ। ਐਪਲੀਕੇਸ਼ਨ ਅੰਡਰ ਸੈਕਸ਼ਨ 36 ਫॉर द सर्विस ऑफ नोटिस ऑफ द रिलिंक्विशमेंट। ਰਿਲਿੰਕੁਇਸ਼ਮੈਂਟ ਮਤਲਬ ਕਿ ਉਹਨੇ ਆਪਣੀ ਟੈਨੈਂਸੀ ਛੱਡਣੀ ਹੈ। ਠੀਕ ਹੈ, ਟੈਨੈਂਸੀ ਛੱਡਣ ਦੇ ਲਈ ਉਸਨੇ, ਨਹੀਂ ਤਾਂ ਫਿਰ ਉਹਨੂੰ ਰੈਂਟ ਦੇਣਾ ਪਏਗਾ। ਜਿਵੇਂ ਆਪਾਂ ਅਰਲੀ ਐਡਵਾਂਸ ਨੋਟਿਸ ਦਿੰਦੇ ਹਾਂ, ਕਿਸੇ ਨੇ ਕੋਈ ਜੌਬ ਛੱਡ ਕੇ ਜੌਬ ਤਬਦੀਲ ਕਰਨੀ ਹੁੰਦੀ ਹੈ ਤਾਂ ਪਹਿਲਾਂ ਨੋਟਿਸ ਦੇਣਾ ਪੈਂਦਾ। ਇੱਦਾਂ ਦਾ ਕੋਈ ਨੋਟਿਸ ਜੇ ਕੋਈ ਕਿਸੇ ਟੈਨੈਂਟ ਨੇ ਦੇਣਾ ਕਿਸੇ ਲੈਂਡਲੋਰਡ ਨੂੰ ਤਾਂ ਉਹ ਨੋਟਿਸ ਜਿਹੜਾ ਹੈਗਾ ਉਹ ਤਹਿਸੀਲਦਾਰ ਦੀ ਕੋਰਟ ਦੇ ਵਿੱਚ ਅਰਜੀ ਦੇ ਕੇ ਉਸ ਨੂੰ ਨੋਟਿਸ ਭੇਜ ਕੇ ਲੈਂਡਲੋਰਡ ਨੂੰ ਤਾਂ ਜਿਹੜੀ ਟੈਨੈਂਸੀ ਆਪਣੀ ਛੱਡੀ ਜਾ ਸਕਦੀ ਹੈਗੀ ਹੈ।
ਜਾਂ ਫਿਰ ਲੈਂਡਲੋਰਡ ਨੇ ਕੋਈ ਨੋਟਿਸ ਭੇਜਣਾ ਹੈ, ਐਪਲੀਕੇਸ਼ਨ ਦੇਣੀ ਹੈ, ਲੈਂਡਲੋਰਡ ਨੇ ਕਿਸੇ ਐਜੈਕਟਮੈਂਟ ਕਰਵਾਉਣੀ ਹੈਗੀ ਹੈ ਕਿਸੇ ਟੇਨੈਂਟ ਦੀ, ਐਪਲੀਕੇਸ਼ਨ ਅੰਡਰ ਸੈਕਸ਼ਨ 43 ਫॉर द सर्विस ऑफ नोटिस ऑफ द एडजस्टमेंट, ठीक है, वो अर्जी भी नैफसीदार की कोर्ट 'ਚ लगेगी। ਅੱਗੇ ਐਂਡ ਦੇ ਵਿੱਚ ਕਿਹਾ ਗਿਆ ਐਪਲੀਕੇਸ਼ਨ ਅੰਡਰ ਸੈਕਸ਼ਨ 53 54 ਫॉर द सर्विस ऑफ नोटिस, ਯਾਨੀ ਕਿ ਜਿੰਨੀਆਂ ਵੀ ਨੋਟਿਸ ਦੀਆਂ ਅਰਜ਼ੀਆਂ ਨੇ ਸਾਰੀਆਂ, ਜਿੱਥੇ ਨੋਟਿਸ ਦੇਣਾ ਚਾਹੁੰਦਾ ਹੈ, ਟੇਨੈਂਟ ਦੇਣਾ ਚਾਹੁੰਦਾ ਚਾਹੇ ਮਾਲਕ ਦੇਣਾ ਚਾਹੁੰਦਾ ਹੈ, ਠੀਕ ਹੈ, ਇੱਕ ਦੂਜੇ ਨੂੰ ਨੋਟਿਸ ਦੇਣਾ ਚਾਹੁੰਦੇ ਆ ਤੇ ਟੈਨੈਂਸੀ ਛੱਡਣੀ ਚਾਹੁੰਦੇ ਆ, ਖਾਲੀ ਕਰਨੀ ਚਾਹੁੰਦੇ ਆ ਜ਼ਮੀਨ ਆਪਣੀ, ਤਾਂ ਉਹ ਜਿਹੜੀਆਂ ਅਰਜ਼ੀਆਂ ਸਾਰੀਆਂ ਹੈਗੀਆਂ ਨੇ ਨੋਟਿਸ ਦੇਣ ਦੀ ਖਾਤਰ ਦੂਜੀ ਪਾਰਟੀ ਨੂੰ ਉਹ ਨੈਫਸੀਦਾਰ ਦੀ ਕੋਰਟ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ। ਅੱਗੇ ਆ ਗਿਆ except the otherwise provided by any rule, financial commissioner in the behalf, a collector or assistant collector of the first grade may dispose of any of the applications and proceedings mentioned in subsection 1, जिनके collector या assistant collector of the first grade group 1 group 2 group 3 ਤਿੰਨ ਨੇ ਇਹ ਕਾਰਵਾਈਆਂ ਅਟੈਂਡ ਕਰ ਸਕਦੇ ਨੇ, ਗਰੁੱਪ 1 ਦੀ ਵੀ, ਗਰੁੱਪ 2 ਦੀ ਵੀ ਤੇ ਗਰੁੱਪ 3 ਦੀ ਵੀ। ਕਲੈਕਟਰ ਜਾਂ ਅਸਿਸਟੈਂਟ ਕਲੈਕਟਰ ਆਫ ਦਾ ਫਸਟ ਗ੍ਰੇਡ ਕਿਸੇ ਵੀ ਐਪਲੀਕੇਸ਼ਨ ਨੂੰ, ਚਾਹੇ ਉਹ ਗਰੁੱਪ A 'ਚ ਹੋਵੇ, ਚਾਹੇ ਗਰੁੱਪ B 'ਚ ਹੋਵੇ, ਚਾਹੇ ਗਰੁੱਪ C ਦੇ ਵਿੱਚ ਹੋਵੇ, ਸੌਰੀ ਗਰੁੱਪ 1 'ਚ ਹੋਵੇ, ਚਾਹੇ 2 'ਚ ਹੋਵੇ ਤੇ 3 ਦੇ ਵਿੱਚ ਹੋਵੇ, ਸਭ ਤਰ੍ਹਾਂ ਦੀ ਐਪਲੀਕੇਸ਼ਨ ਨੂੰ ਉਹ ਸੁਣ ਵੀ ਸਕਦੇ ਨੇ, ਠੀਕ ਹੈ, ਡਿਸਪੋਜ਼ ਆਫ ਵੀ ਕਰ ਸਕਦੇ ਨੇ। ਇਸੇ ਤਰੀਕੇ ਅਸਿਸਟੈਂਟ ਕਲੈਕਟਰ ਦਾ ਸੈਕੰਡ ਗ੍ਰੇਡ ਨਾਟ ਬੀਇੰਗ ਇਨ ਐਫਸੀ ਦਾ applications mentioned in the second and third group, ਸੈਕੰਡ ਗਰੁੱਪ ਤੇ ਥਰਡ ਗਰੁੱਪ ਦੀਆਂ ਜਿਹੜੀਆਂ ਅਰਜ਼ੀਆਂ ਨੇ ਉਹਦੀ ਜਿਹੜੀ ਕਾਰਵਾਈ ਹੈ ਤਹਿਸੀਲਦਾਰ ਸੁਣ ਸਕਦਾ ਹੈ। ਦੈਨ ਆ ਗਿਆ ਅੱਗੇ ਨੈਫਸੀਲਦਾਰ ਓਨਲੀ ਗਰੁੱਪ 3 ਦੇ ਵਿੱਚ ਜੋ ਵੀ ਐਪਲੀਕੇਸ਼ਨਸ ਦਿੱਤੀਆਂ ਜਾਂਦੀਆਂ ਨੇ ਉਹਦੀ ਜਿਹੜੀ ਕਾਰਵਾਈ ਹੈ ਉਹ ਨੈਫਸੀਲਦਾਰ ਦੀ ਕੋਰਟ ਦੇ ਵਿੱਚ ਚੱਲ ਸਕਦੀ ਹੈ। ਨੈਕਸਟ ਆ ਗਿਆ ਸੈਕਸ਼ਨ 77 ਰੈਵਨਿਊ ਕੋਡਸ ਐਂਡ सूट्स cognizable by them। देखो ਆਪਾਂ ਪੜ੍ਹਿਆ ਸੀ ਰੈਵਨਿਊ ਆਫੀਸਰਸ ਸੈਕਸ਼ਨ 75 ਦੇ ਵਿੱਚ, ਇਹ ਅਗਰ ਰੈਵਨਿਊ ਕੋਡਸ ਮਤਲਬ ਇਕੁਅਲ ਹੈਗਾ, ਰੈਵਨਿਊ ਕੋਡ ਤੇ ਰੈਵਨਿਊ ਆਫੀਸਰ 'ਚ ਕੋਈ ਫਰਕ ਨਹੀਂ, ਜਿੱਥੇ ਮੁਕੱਦਮੇ ਦੀ ਕਾਰਵਾਈ ਸੁਣੀ ਜਾਂਦੀ ਹੈ ਤਾਂ ਰੈਵਨਿਊ ਕੋਡ ਕਹਿਲਾਂਦੀ ਉਹੀ ਆਫੀਸਰਸ, ਅਦਰਵਾਈਜ਼ ਰੈਵਨਿਊ ਆਫੀਸਰ ਕਹਿਲਾਂਦਾ ਹੈ। ਕੁਝ ਕੇਸਿਸ ਦੀ ਅਰਜ਼ੀਆਂ ਹੈਗੀਆਂ ਨੇ ਰੈਵਨਿਊ ਆਫੀਸਰ ਦੀ ਅਦਾਲਤ, ਰੈਵਨਿਊ ਆਫੀਸਰ ਦੇ ਦਿੱਤੇ ਜਾਂਦੀਆਂ ਨੇ, ਕੁਝ ਜਿਹੜੇ ਕੇਸਿਸ ਨੇ ਮੁਕੱਦਮੇ ਨੇ ਰੈਵਨਿਊ ਕੋਡ 'ਚ ਦਿੱਤੇ ਜਾਂਦੇ ਨੇ। ਇਹ ਰੈਵਨਿਊ ਕੋਡ ਦੀ ਡੈਫੀਨੇਸ਼ਨ ਹੈਗੀ ਹੈ, ਰੈਵਨਿਊ ਆਫਿਸਰ ਜਿਹੜਾ ਹੈਗਾ, ਜਿਹੜਾ ਵੀ ਉਹਦਾ ਅਧਿਕਾਰ ਖੇਤਰ ਹੈ ਉਹੀ ਰੈਵਨਿਊ ਕੋਡ ਹੁੰਦੀ ਹੈ, ਉੱਥੇ ਹੀ ਜਿਹੜੀ ਵੀ ਰੈਵਨਿਊ ਕੋਡ ਹੈ ਜਿੱਥੇ ਅਪੀਲ ਸੁਣ ਸਕਦੀ ਹੈ ਅਪੀਲ ਐਂਡ ਕੋਡ ਕਹਾਈ ਜਾਂਦੀ ਹੈ। The following suit shall be instituted, ਸਬਸੈਕਸ਼ਨ 3 ਦੇ ਵਿੱਚ ਕੀ ਕਿਹਾ ਗਿਆ, ਇਹ ਸਬਸੈਕਸ਼ਨ 2 ਦੇ ਵਿੱਚ ਕਿਹਾ ਹੋਇਆ ਸੇਮ ਕਲਾਸਿਸ ਆਫ ਦਾ ਰੈਵਨਿਊ ਆਫਿਸਰ, ਸੇਮ ਕਲਾਸਿਸ ਆਫ ਦਾ ਰੈਵਨਿਊ ਆਫਿਸਰ ਜਿਹੜੀਆਂ ਹੈਗੀਆਂ ਨੇ ਸੇਮ ਕਲਾਸਿਸ ਆਫ ਦਾ ਰੈਵਨਿਊ ਕੋਡਸ ਕਹੀਆਂ ਜਾਂਦੀਆਂ ਨੇ। ਸਬਸੈਕਸ਼ਨ 3 ਦੇ ਵਿੱਚ ਕਿਹਾ ਹੈ ਫੋਲੋਇੰਗ ਸੂਟਸ ਸ਼ੈਲ ਬੀ ਇੰਸਟੀਟਿਊਟਡ ਇਨ ਐਂਡ ਹਰਡ ਐਂਡ ਡਿਟਰਮਾਈਨਡ ਬਾਈ ਦਾ ਰੈਵਨਿਊ ਕੋਡਸ, no other code shall take cognizance of any dispute matter with respect to which any such suit might be instituted, provided। ਇੱਥੇ ਕਿਹਾ ਗਿਆ ਵੀ ਰੈਵਨਿਊ ਕੋਰਟਾਂ ਜਿਹੜੀਆਂ ਹੈਗੀਆਂ ਨੇ ਰੈਵਨਿਊ ਦੇ ਮੁਕੱਦਮੇ ਇਸ ਐਕਟ ਦੇ ਤਹਿਤ ਜਿਹੜੇ ਸਾਰੇ ਮੁਕੱਦਮੇ ਹੈਗੇ ਆ ਉਹ ਰੈਵਨਿਊ ਕੋਰਟਾਂ ਸੁਣਨਗੀਆਂ, ਤੇ ਨਾਲ ਹੀ ਪ੍ਰੋਵਾਈਡਡ ਦਿੱਤਾ ਗਿਆ ਪ੍ਰੋਸੀਜਰ ਵੇਅਰ ਰੈਵਨਿਊ ਮੈਟਰ ਇਜ਼ ਰੇਜ਼ਡ ਇਨ ਅ ਸਿਵਲ ਕੋਰਟ, ਜਿੱਥੇ ਕਿਤੇ ਸਬਸੈਕਸ਼ਨ 3 ਦੀ ਅੱਗੇ ਕਲੌਜ਼ 1 ਹੈਗੀ ਹੈ, ਜਿੱਥੇ ਕਿਤੇ ਕਿਸੇ ਰੈਵਨਿਊ ਕੋਡ ਸਿਵਲ ਕੋਰਟ ਦੇ ਵਿੱਚ ਕੋਈ ਮੁਕੱਦਮਾ ਇਦਾਂ ਦਾ ਚੱਲਦਾ ਹੋਵੇ ਜਿੱਥੇ ਕਿਤੇ ਕੋਰਟ ਨੂੰ ਲੱਗੇ, ਰੈਵਨਿਊ ਕੋਰਟ ਨੂੰ ਸਿਵਲ ਕੋਰਟ ਨੂੰ ਲੱਗੇ ਵੀ ਇਹ ਜਿਹੜਾ ਮੁਕੱਦਮਾ ਹੈਗਾ ਇਟ ਡੀਲ ਵਿਦ ਦਾ ਰੈਵਨਿਊ ਕੋਰਟ, ਤਾਂ ਜਿਹੜੀ ਸਿਵਲ ਕੋਰਟ ਹੈਗੀ ਹੈ ਉਹ ਉਸ ਮੁਕੱਦਮੇ ਨੂੰ ਸਿਵਲ ਕੋਰਟ ਸ਼ੈਲ ਇੰਡੋਰਸ ਅਪਨ ਦਾ ਪਲੇਂਟ, ਉਸ ਪਲੇਂਟ ਦੇ ਉੱਪਰ ਇੰਡੋਰਸਮੈਂਟ ਲਗਾ ਕੇ ਕੰਸਰਨ ਜਿਹੜਾ ਕਲੈਕਟਰ ਹੈਗਾ ਉਸ ਨੂੰ ਭੇਜ ਦਿੱਤਾ ਜਾਂਦਾ ਹੈ ਕਿ ਇਸ ਨੂੰ ਜਿਹੜਾ ਫੈਸਲਾ ਹੈਗਾ ਤੁਹਾਡਾ ਰਿਟਰਨ ਦਾ ਪਲੇਂਟ ਫਾਰ ਦਾ ਪ੍ਰੈਜੈਂਟੇਸ਼ਨ ਟੂ ਦਾ ਕਲੈਕਟਰ, ਜਾਂ ਇਹ ਕਹਿ ਦਿੱਤਾ ਜਾਂਦਾ ਹੈ ਵੀ ਤੁਸੀਂ ਇਸ ਨੂੰ ਜਿਹੜਾ ਕਲੈਕਟਰ ਦੀ ਜਿਹੜੀ ਕੋਰਟ ਹੈਗਾ ਉਹਦੇ ਵਿੱਚ ਜਾ ਕੇ ਪ੍ਰੈਜੈਂਟ ਕਰੋ। On the plaint being presented to the collector shall proceed to hear, ਜਦੋਂ ਇਦਾਂ ਦੀ ਜਿਹੜੀ ਪਲੇਂਟ ਆਉਂਦੀ ਹੈ ਕਲੈਕਟਰ ਕੋਲੇ, ਕਲੈਕਟਰ ਉਸ ਨੂੰ ਆਪ ਵੀ ਸੁਣ ਸਕਦੇ ਹੈ ਜਾਂ ਨੀਚੇ ਜਿਹੜੀ ਅਥਾਰਟੀ ਕੋਈ ਹੈਗਾ ਜਿਹਨੂੰ ਪਾਵਰ ਦਿੱਤੇ ਹੈ ਐਸਡੀਐਮ ਅਸਿਸਟੈਂਟ ਕਲੈਕਟਰ ਸੈਕੰਡ ਗ੍ਰੇਡ ਨੂੰ ਜਾਂ ਥਰਡ ਗ੍ਰੇਡ ਕੋਲ ਵੀ ਜਿਹੜਾ ਮੁਕੱਦਮਾ ਹੈਗਾ ਭੇਜਿਆ ਜਾ ਸਕਦਾ ਹੈ। ਫਿਰ ਨਾਲ ਹੀ ਕਿਹਾ ਗਿਆ ਕਲਾਸ 2 ਦੇ ਵਿੱਚ 1000 ਰੁਪਏ ਤੋਂ ਵੱਧ ਦੀ ਜਿਹੜੀ ਅਮਾਊਂਟ ਦਾ ਜਿਹੜਾ ਮੁਕੱਦਮਾ ਹੈਗਾ, 1000 ਰੁਪਏ ਤੋਂ ਵੱਧ ਦੀ ਜਿਹੜੀ ਅਮਾਊਂਟ ਦਾ ਮੁਕੱਦਮਾ ਹੈਗਾ ਉਹ ਕਲੈਕਟਰ ਦੀ ਅਦਾਲਤ ਵਿੱਚ ਚੱਲਦਾ ਹੈ,
and in other cases may send the suit to the assistant collector of the first grade for the decision। ਜੇ 1000 ਰੁਪਏ ਤੋਂ ਵੱਧ ਦੀ ਅਮਾਉਂਟ ਦਾ ਮੁਕੱਦਮਾ ਹੈਗਾ ਉਹ ਕਲੈਕਟਰ ਨੇ ਆਪ ਸੁਣਨਾ ਹੁੰਦਾ ਹੈ ਤੇ ਉਸ ਤੋਂ ਘੱਟ ਦੀ ਜਿਹੜੀ ਅਮਾਉਂਟ ਦੇ ਮੁਕੱਦਮੇ ਹੁੰਦੇ ਆ ਉਹ ਥੱਲੇ ਅਸਿਸਟੈਂਟ ਕਲੈਕਟਰ ਸੈਕੰਡ ਫਸਟ ਗ੍ਰੇਡ ਨੂੰ ਭੇਜ ਦਿੱਤੇ ਜਾਂਦੇ ਆ। ਅੱਗੇ ਇਹ ਮੁਕੱਦਮੇ ਦੀ ਗੱਲ ਕਰਦੇ ਆ, ਸੂਟਾਂ ਦੀ ਗੱਲ ਕਰਦੇ ਆ। ਉਦੋਂ ਪਹਿਲਾਂ ਜਿਹੜੇ ਗਰੁੱਪ ਬਣਾਏ ਸੀ, ਗਰੁੱਪ 1, ਗਰੁੱਪ 2, ਗਰੁੱਪ 3, ਉਹ ਬਣਾਏ ਸੀ ਅਰਜ਼ੀਆਂ ਦੇ ਸੰਬੰਧ ਵਿੱਚ, ਪ੍ਰੋਸੀਡਿੰਗ ਦੇ ਸੰਬੰਧ ਵਿੱਚ, ਐਪਲੀਕੇਸ਼ਨਾਂ ਸੰਬੰਧੀ। ਇਹ ਹੈਗੇ ਨੇ ਮੁਕੱਦਮਿਆਂ ਸੰਬੰਧੀ, ਕੋਰਟਾਂ ਸੂਟ ਸੰਬੰਧੀ। ਗਰੁੱਪ 1 ਦਿੱਤਾ ਗਿਆ। ਫਸਟ ਗਰੁੱਪ ਕੀ ਹੈਗਾ? ਸੂਟਸ ਬਿਟਵੀਨ ਲੈਂਡਲॉर्ड ਐਂਡ ਟੇਨੈਂਟ ਫॉर द एनहांसमेंट और रिडक्शन ऑफ द रेंट अंडर सेक्शन 24 के तहत कोई पार्टी, कोई लैंडलॉर्ड या कोई टेनेंट रेंट बढ़ाना चाहता है या रेंट घटाना चाहता है। रेंट बढ़ाना क्यों चाहता है? लैंड फर्टाइल होगी। टेनेंट लैंड क्यों घटाना चाहता है? जी पैदावार घट गई खेत के किसी कारण, कोई बाढ़ आ गई या कोई बुर्दगी बरामदगी संबंधी कोई इदां दी कोई प्रॉब्लम आ गई। ठीक है, ਜਿਹੜੇ ਇਦਾਂ ਦੇ ਕੇਸ ਹੈਗੇ ਇਹ ਕਲੈਕਟਰ ਦੀ ਅਦਾਲਤ 'ਚ ਚੱਲਦੇ ਨੇ। ਫਸਟ ਗਰੁੱਪ ਦੇ ਕੇਸ ਕਲੈਕਟਰ ਦੀ ਅਦਾਲਤ ਵਿੱਚ ਚੱਲਦੇ ਨੇ। ਸੂਟਸ ਬਿਟਵੀਨ ਲੈਂਡਲॉर्ड ਐਂਡ ਟੇਨੈਂਟ ਫॉर द addition to or abatement of the rent under section 28 for the commutation of the rent। ਰੈਂਟ ਵਧਾਉਣਾ ਚਾਹੁੰਦਾ ਹੈ ਲੈਂਡ ਵਧਣ ਦੇ ਕਾਰਨ ਜਾਂ ਰੈਂਟ ਘਟਾਉਣਾ ਚਾਹੁੰਦਾ ਹੈ ਕੋਈ ਪਾਰਟੀ। ठीक है, तो ये जो मुकदमा है ये भी कलैक्टर की अदालत चलता है, पर शर्त ये भी जी अमाउंट है 1000 रुपये तो वध होनी चाहिए, तो कलैक्टर को चलता है, नहीं तो फिर निचली अदालत में चलता है। AC सैकंड को या AC फर्स्ट को चलता है। डिटर्मिनेशन ऑफ रेंट, रेंट डिटरमिन करना है, किसी भी कारण रीडिटरमिन करना है रेंट ਨੂੰ, ਤਾਂ ਵੀ कलैक्टर की अदालत में चलता है। अगे है सैकंड ग्रुप। ਸੈਕੰਡ ਗਰੁੱਪ ਦੇ ਜਿਹੜੇ ਮੁਕੱਦਮੇ ਹੈਗੇ ਆ ਇਹ ਚੱਲਦੇ ਨੇ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਮੀਨ ਕਿ ਐਸਟੀਐਮ ਦੀ ਅਦਾਲਤ ਵਿੱਚ ਚੱਲਦੇ ਨੇ। ਕਿਹੜੇ ਕੇਸ ਨੇ? ਸੂਟਸ ਬਾय द ਟੇਨੈਂਟ। ਜੇ ਕੋਈ ਟੇਨੈਂਟ ਨੇ ਸੂਟ ਫਾਈਲ ਕਰਨਾ ਹੈ ਟੂ ਐਸਟੈਬਲਿਸ਼ ਅ ਕਲੇਮ ਟੂ ਰਾਈਟ ਆਫ ਆਕੂਪੈਂਸੀ, ਰਾਈਟ ਆਫ ਆਕੂਪੈਂਸੀ ਦਾ ਜਿਹੜਾ ਕਲੇਮ ਹੈ ਉਹਨੇ ਲੈਣ ਦੀ ਖਾਤਰ ਕੋਈ ਸੂਟ ਦਾਇਰ ਕਰਨਾ ਹੈ, ਜਾਂ ਫਿਰ ਈ ਦੇ ਵਿੱਚ ਹੈਗਾ ਸੂਟਸ ਬਾय द ਲੈਂਡਲॉर्ड ਟੂ ਇਜੈਕਟ ਅ ਟੇਨੈਂਟ, ਕਿਸੇ ਲੈਂਡਲॉर्ड ਨੇ ਕਿਸੇ ਟੇਨੈਂਟ ਨੂੰ ਇਜੈਕਟ ਕਰਨਾ ਹੈਗਾ। 1000 रुपये तक का मुकदमा, 1000 रुपये तो उपर नहीं, जो 1000 रुपये तो उपर का है तो वो कलैक्टर को जाएगा। ठीक है, ये AC फस्ट को जाएगा 1000 रुपये तक का मुकदमा। दैन है F दे विच सूट्स बाय टेनेंट कंटेस्ट लाइबिलिटी एजेक्टमेंट, जो किसी टेनेंट को एजेक्ट किया जाता है तो जी लाइबिलिटी कंटेस्ट करनी होंगी है भी मैंने हटाया नहीं जा सकता, मेरे तो कब्जा लिया नहीं जा सकता, तो भी वो AC फस्ट चल रहा है। सूट्स बाय टेनेंट जी दे विच की है, जी दे विच क्लॉज जी सूट्स बाय टेनेंट अंडर सेक्शन 50 फॉर द रिकवरी ऑफ पोजेशन और ऑक्यूपेंसी और फॉर द कंपेंसेशन और बोथ। कोई कंपेंसेशन लेनी है टेनेंट ने, रिकवरी ऑफ पोजेशन वापस लेना है तो ले लिया सी, किसी कारण वापस कब्जा लेना है, कंपेंसेशन लेना है। ठीक है, इदा का जो मुकदमा है वो भी AC फस्ट से चल रहा है। Then suits by landlord to set aside a transfer made, किसी टेनेंट ने कोई ऑक्यूपेंसी टेनेंट ने कोई ट्रांसफर कर दी, लैंडलॉर्ड को अपॉर्चुनिटी नहीं दी गई। आप पढ़ के गए पिछे भी पहला जो फस्ट राइट होंगे लैंडलॉर्ड आता जो कितने ऑक्यूपेंसी टेनेंट ने अपने किसी राइट्स को ट्रांसफर करना हो तो सब तो पहला जो लैंडलॉर्ड है उसकी पेमेंट अदा करके वो ਜਿਹੜੇ ਰਾਈਟਸ ਨੇ ਪਰਚੇਜ ਕਰ ਸਕਦਾ ਹੈਗਾ। ਫਿਰ ਆਈ ਦੇ ਵਿੱਚ ਹੈ ਐਨੀ ਅਦਰ ਸੂਟ ਬਿਟਵੀਨ ਲੈਂਡਲॉर्ड ਐਂਡ ਟੇਨੈਂਟ ਅਰਾਈਜ਼ਿੰਗ ਆਊਟ ਆਫ ਦਾ ਲੀਜ਼ ਔਰ ਕੰਡੀਸ਼ਨ ਔਨ ਵਿਚ ਟੇਨੈਂਸੀ ਇਜ਼ ਹੈਲਡ, ਕਿਸੇ ਲੀਜ਼ ਸੰਬੰਧੀ ਦੋਹਾਂ ਪਾਰਟੀਆਂ ਦਾ ਕੋਈ ਡਿਸਪਿਊਟ ਹੈ, ਜਾਂ ਫਿਰ ਜੇ ਦੇ ਵਿੱਚ ਕੀ ਹੈਗਾ ਸੈਸ ਨੂੰ ਲੈ ਕੇ ਕੋਈ ਡਿਸਪਿਊਟ ਚੱਲਦਾ ਹੈਗਾ, ਕੋਈ ਸੈਸ ਇਕੱਠੀ ਕੀਤੇ ਪਿੰਡ ਦੇ ਖਾਤਰ। ਸੂਟਸ ਬਾय ਕੋਸ਼ੇਅਰਰ, ਕੋਸ਼ੇਅਰਰ ਹਿੱਸੇਦਾਰ ਹੈ ਕੋਈ, ਉਹਨਾਂ ਦਾ ਆਪਸੀ ਕੋਈ ਮੁਕੱਦਮਾ ਚੱਲ ਪਿਆ। ਸੂਟਸ ਬਾय ਕੋਸ਼ੇਅਰਰ ਇਨ ਐਨ estate ਔਰ ਹੋਲਡਿੰਗ ਫॉर ए शेयर ऑफ द प्रॉफिट ਦਾ ਕੋਈ ਸ਼ੇਅਰ ਦਾ ਲੈਣ ਦੇਣ ਹੈ, ਕਿਸੇ ਦਾ ਘਟ ਗਿਆ, ਕਿਸੇ ਦਾ ਸ਼ੇਅਰ ਹਿੱਸਾ ਵੱਧ ਗਿਆ। ਓਵਰ ਪੇਮੈਂਟ ਹੋਈ ਕਿਸੇ ਦੀ, ਆਈ ਦੇ ਵਿੱਚ ਸੂਟਸ ਫॉर द ਰਿਕਵਰੀ ਆਫ ਦ ਓਵਰ ਪੇਮੈਂਟ ਆਫ ਦ ਰੈਂਟ, ਕਿਸੇ ਲੈਂਡਲॉर्ड ਵੱਲੋਂ ਕਿਸੇ ਟੇਨੈਂਟ ਵੱਲੋਂ ਕਿਸੇ ਲੈਂਡਲॉर्ड ਨੂੰ ਜਦ ਜ਼ਿਆਦਾ ਪੇਮੈਂਟ ਚਲੀ ਗਈ, ਇੱਦਾਂ ਦਾ ਕੋਈ ਮੁਕੱਦਮਾ ਹੈਗਾ। ਫਿਰ कोई सूट्स है रिलेटिंग टू द इमोलमेंट्स का कानून को जैलदार इनामदार दे कोई
ਵਿਲੇਜ ਆਫੀਸਰ ਦੇ ਕੋਈ ਇਦਾਂ ਦੇ ਜਿਹੜੇ ਤਨਖਾਹ ਨੂੰ ਲੈ ਕੇ ਕੋਈ ਮੁਕੱਦਮੇ ਹੈਗੇ ਆ, ਉਹਦੀ ਗੱਲ ਕੀਤੀ ਗਈ ਹੈ। ਨੈਕਸਟ ਹੈਗਾ ਥਰਡ ਗਰੁੱਪ। ਥਰਡ ਗਰੁੱਪ ਦੇ ਜਿਹੜੇ ਮੁਕੱਦਮੇ ਹੈਗੇ ਆ, ਇਹ ਚੱਲਦੇ ਨੇ ਨਾਇਬ ਤਹਿਸੀਲਦਾਰ ਦੀ ਅਦਾਲਤ ਵਿੱਚ, ਨਾਇਬ ਤਹਿਸੀਲਦਾਰ ਤੇ ਤਹਿਸੀਲਦਾਰ ਦੀ ਅਦਾਲਤ ਵਿੱਚ ਵੀ ਚੱਲ ਸਕਦੇ ਨੇ। ਅਦਰਵਾਈਜ਼ ਜਿਹੜਾ ਅਧਿਕਾਰ ਖੇਤਰ ਹੈਗਾ, ਇਹ 500 ਰੁਪਏ ਤੱਕ ਦੇ ਮੁਕੱਦਮੇ ਹੁੰਦੇ ਨੇ, 1 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦੇ, 501 ਤੋਂ ਲੈ ਕੇ 1000 ਤੱਕ ਤਹਿਸੀਲਦਾਰ ਦੀ ਕੋਰਟ ਚੱਲਦੇ ਨੇ। ਪਰ ਤਹਿਸੀਲਦਾਰ ਨਿਚਲੇ ਮੁਕੱਦਮੇ ਵੀ ਸੁਣ ਸਕਦਾ, ਜਿਹੜੇ ਨਾਇਬ ਤਹਿਸੀਲਦਾਰ ਦੀ ਅਦਾਲਤ ਵਿੱਚ ਸੁਣੇ ਜਾ ਸਕਦੇ ਨੇ, ਉਹਨੂੰ ਤਹਿਸੀਲਦਾਰ ਵੀ ਸੁਣ ਸਕਦਾ ਹੈਗਾ। ਇਸੇ ਤਰੀਕੇ ਕਲੈਕਟਰ ਸਾਰੇ ਹੀ ਗਰੁੱਪਾਂ ਦੇ ਜਿਹੜੇ ਮੁਕੱਦਮੇ ਹੈਗੇ ਨੇ, ਫਸਟ ਦਾ ਹੋਵੇ, ਚਾਹੇ ਸੈਕੰਡ ਦਾ ਹੋਵੇ, ਚਾਹੇ ਥਰਡ ਦਾ ਹੋਵੇ, ਸਾਰੇ ਮੁਕੱਦਮੇ ਸੁਣ ਸਕਦਾ ਹੈਗਾ ਕਲੈਕਟਰ ਵੱਲੋਂ। ਇਹ ਜਿਹੜੇ ਮੁਕੱਦਮੇ ਨੇ ਗਰੁੱਪ ਥਰਡ ਦੇ ਵਿੱਚ, ਸੂਟਸ ਬਾਈ ਲੈਂਡਲੋਰਡ ਫਾਰ ਦਾ ਏਰੀਅਰਸ ਆਫ ਦਾ ਰੈਂਟ, ਕੋਈ ਏਰੀਅਰ ਬਕਾਇਆ ਹੈਗਾ ਲੈਂਡਲੋਰਡ ਦਾ ਟੇਨੈਂਟ ਦੇ ਵੱਲ, ਠੀਕ ਹੈ, ਇਦਾਂ ਦਾ ਕੋਈ ਮੁਕੱਦਮਾ ਹੈਗਾ। ਰਿਕਵਰੀ ਆਫ ਸੱਚ ਏਰੀਅਰਸ, ਕੋਈ ਰਿਕਵਰੀ ਉਹਨੇ ਲੈਣੀ ਹੈਗੀ ਹੈ। ਫਿਰ ਬਾਏ ਐਂਡ ਤੋਂ ਬਾਅਦ ਉਹ ਸੂਟਸ ਬਾਈ ਲੈਂਡ ਓਨਰ ਟੂ ਰਿਕਵਰ ਮਨੀ ਡਿਊ ਫਾਰ ਦਾ ਇੰਜੋਇਮੈਂਟ ਆਫ ਰਾਈਟਸ in or over the land or in water, including rights of irrigation, fisheries, pastures। ਲੈਂਡ ਓਨਰ ਵੱਲੋਂ ਕੋਈ ਸੂਟ ਫਾਈਲ ਕਰਨਾ ਹੈਗਾ ਰਿਕਵਰੀ ਵਾਸਤੇ, ਮੈਨੂੰ ਪੈਸੇ ਦੇ ਤੈਨੂੰ ਆਹ ਦਿੱਤੇ ਨੇ, ਮੇਰੇ ਜਿਹੜੇ ਰਾਈਟਸ ਨੇ ਯੂਜ਼ ਕੀਤੇ ਨੇ, ਇਰੀਗੇਸ਼ਨ ਸੋਰਸ ਯੂਜ਼ ਕੀਤੇ ਨੇ, ਟੇਨੈਂਟ ਨੂੰ ਕਿਹਾ ਜਾਂਦਾ ਹੈ। ਸੂਟਸ ਫਾਰ ਦਾ ਸਮਸ ਔਨ ਅਕਾਊਂਟ ਆਫ ਦਾ ਲੈਂਡ ਰੈਵਨਿਊ, ਲੈਂਡ ਰੈਵਨਿਊ ਲੈਣਾ ਹੈ, ਰਿਕਵਰੇਬਲ ਐਜ਼ ਐਨ ਏਰੀਅਰ ਆਫ ਦਾ ਲੈਂਡ ਰੈਵਨਿਊ। ਇਹ ਜਿਹੜੇ ਸਾਰੇ ਮੁਕੱਦਮੇ ਹੈਗੇ ਆ ਡੀ ਗਰੁੱਪ ਦੇ, ਥਰਡ ਗਰੁੱਪ ਦੇ, ਇਹ ਨਾਇਬ ਤਹਿਸੀਲਦਾਰ ਵੱਲੋਂ ਸੁਣੇ ਜਾਂਦੇ ਆ। ਫਿਰ ਲਿਆ ਕੇ ਫਿਰ ਦੇਖੋ ਸਬਸੈਕਸ਼ਨ 4 ਕੀ ਕਿਹਾ ਗਿਆ, ਕਲੈਕਟਰ ਮੇ ਹੀਅਰ ਐਂਡ ਡਿਟਰਮਿਨ ਐਨੀ ਆਫ ਦਾ ਸੂਟਸ ਮੈਂਸ਼ਨਡ ਇਨ ਕਲੌਜ਼ 3। ਸਬਸੈਕਸ਼ਨ 3 ਕੀ ਕਿਹਾ ਗਿਆ, ਸਬਸੈਕਸ਼ਨ 3 ਤਿੰਨੇ ਗਰੁੱਪ ਆ ਗਏ, ਗਰੁੱਪ 1 ਵੀ ਆ ਗਿਆ, ਗਰੁੱਪ 2 ਵੀ ਆ ਗਿਆ, ਗਰੁੱਪ 3 ਵੀ ਆ ਗਿਆ, ਠੀਕ ਹੈ। ਇੱਥੇ ਕਿਹਾ ਗਿਆ ਸਬਸੈਕਸ਼ਨ 4 ਦੇ ਵਿੱਚ ਆ ਕੇ ਗੱਲ ਕਹੀ ਗਈ ਹੈ ਵੀ ਕਲੈਕਟਰ ਗਰੁੱਪ 3 ਸਬਸੈਕਸ਼ਨ 3 ਦੇ ਵਿੱਚ ਜਿੰਨੇ ਵੀ ਮੁਕੱਦਮੇ ਹੈਗੇ ਨੇ, ਗਰੁੱਪ 1 ਦੇ, ਗਰੁੱਪ 2 ਦੇ, ਗਰੁੱਪ 3 ਦੇ, ਸਾਰੇ ਮੁਕੱਦਮਿਆਂ ਨੂੰ ਸੁਣ ਵੀ ਸਕਦੇ ਆ, ਡਿਟਰਮਿਨ ਵੀ ਕਰ ਸਕਦੇ ਆ, ਫੈਸਲਾ ਵੀ ਕੀਤਾ ਜਾ ਸਕਦਾ ਹੈ। ਨੈਕਸਟ ਹੈਗਾ ਅਸਿਸਟੈਂਟ ਕਲੈਕਟਰ ਆਫ ਦਾ ਫਸਟ ਗ੍ਰੇਡ ਮੇ ਹੀਅਰ ਐਂਡ ਡਿਟਰਮਿਨ ਐਨੀ ਆਫ ਦਾ ਸੂਟਸ ਮੈਂਸ਼ਨਡ ਸੈਕੰਡ ਤੇ ਥਰਡ ਗਰੁੱਪ ਦੇ ਮੁਕੱਦਮਿਆਂ ਨੂੰ, ਜਿਹੜਾ ਅਸਿਸਟੈਂਟ ਕਲੈਕਟਰ ਦਾ ਫਸਟ ਗ੍ਰੇਡ ਹੈਗਾ, ਉਹ ਸੈਕੰਡ ਗਰੁੱਪ ਦੇ ਵੀ ਤੇ ਥਰਡ ਗਰੁੱਪ ਦੇ ਮੁਕੱਦਮਿਆਂ ਨੂੰ ਵੀ ਸੁਣ ਸਕਦਾ ਹੈ। ਨੈਕਸਟ ਹੈਗਾ ਸੀ ਦੇ ਵਿੱਚ ਅਸਿਸਟੈਂਟ ਕਲੈਕਟਰ ਆਫ ਦਾ ਸੈਕੰਡ ਗ੍ਰੇਡ ਮੇ ਹੀਅਰ ਡਿਟਰਮਿਨ, ਥਰਡ ਗਰੁੱਪ ਦੇ ਜਿਹੜੇ ਮੁਕੱਦਮੇ ਹੈਗੇ ਉਹਨਾਂ ਨੂੰ ਜਿਹੜਾ ਅਸਿਸਟੈਂਟ ਕਲੈਕਟਰ ਹੈ ਥਰਡ ਗ੍ਰੇਡ ਸੁਣ ਸਕਦਾ ਹੈ। ਚਲੋ ਨੈਕਸਟ ਆ ਗਿਆ ਜੀ ਐਡਮਿਨਿਸਟ੍ਰੇਟਿਵ ਕੰਟਰੋਲ। ਜਿਵੇਂ ਕਿ ਆਪਾਂ ਪਹਿਲਾਂ ਲੈਂਡ ਰੈਵਨਿਊ ਐਕਟ ਵਿੱਚ ਪੜ੍ਹ ਕੇ ਗਏ ਹਾਂ ਵੀ ਐਡਮਿਨਿਸਟ੍ਰੇਟਿਵ ਕੰਟਰੋਲ ਕਿਹਦਾ ਹੁੰਦਾ ਹੈਗਾ। ਆਪਾਂ ਪਹਿਲਾਂ ਵਧੀਆ ਤਰੀਕੇ ਨਾਲ ਡਿਸਕਸ ਕੀਤਾ ਸੀਗਾ ਵੀ FCR ਦਾ ਕੰਟਰੋਲ ਹੈਗਾ ਪੂਰੇ ਸਟੇਟ ਦੇ ਵਿੱਚ ਹੁੰਦਾ ਹੈ, ਕਮਿਸ਼ਨਰ ਦਾ ਕੰਟਰੋਲ ਆਪਣੀ ਡਿਵੀਜ਼ਨ ਦੇ ਵਿੱਚ ਹੁੰਦਾ ਹੈ, ਜਿੰਨੇ ਵੀ ਆਫੀਸਰਸ ਰੈਵਨਿਊ ਆਫੀਸਰ ਕੰਮ ਕਰਦੇ ਹਨ ਜ਼ਿਲ੍ਹੇ ਦੇ ਸਟੇਟ ਡਿਵੀਜ਼ਨ ਦੇ ਵਿੱਚ, ਉਹ ਸਾਰਿਆਂ ਦਾ ਕੰਟਰੋਲ ਕਮਿਸ਼ਨਰ ਵੱਲੋਂ ਕੀਤਾ ਜਾਂਦਾ ਹੈ। ਤੇ ਇਸੇ ਤਰੀਕੇ ਕਲੈਕਟਰ ਵੱਲੋਂ ਆਪਣੇ ਡਿਸਟ੍ਰਿਕਟ ਦੇ ਅਧੀਨ ਜਿੰਨੇ ਵੀ ਆਫੀਸਰਸ ਰੈਵਨਿਊ ਆਫੀਸਰ ਹੁੰਦੇ ਹਨ ਉਹਨਾਂ ਸਾਰਿਆਂ ਦਾ ਕੰਟਰੋਲ ਕਲੈਕਟਰ ਵੱਲੋਂ ਕੀਤਾ ਜਾਂਦਾ ਹੈ। ਜਨਰਲ ਕੰਟਰੋਲ ਦੀ ਗੱਲ ਕੀਤੀ ਗਈ ਹੈ। ਨੈਕਸਟ ਹੈਗਾ ਸੈਕਸ਼ਨ 79 ਪਾਵਰ ਟੂ ਡਿਸਟ੍ਰੀਬਿਊਟ ਬਿਜ਼ਨਸ ਐਂਡ ਵਿਡਰਾ ਐਂਡ ਟ੍ਰਾਂਸਫਰ ਕੇਸਸ। ਜਿਵੇਂ ਕਿ ਲੈਂਡ ਰੈਵਨਿਊ ਐਕਟ ਦੇ ਵਿੱਚ ਅਸੀਂ ਸੈਕਸ਼ਨ 12 ਸੀ ਦਿੱਤੀ ਵੀ, ਸੈਕਸ਼ਨ 12 ਸ਼ਾਇਦ ਮੇਰੇ ਖਿਆਲ ਹੈ ਸੈਕਸ਼ਨ 12 ਸੀਗੀ, ਜਿਹਦੇ ਵਿੱਚ ਜਿਹੜਾ ਹੈਗਾ ਸੀਗਾ ਕੋਈ ਵੀ ਕੇਸ ਜਦੋਂ ਕਿਸੇ ਰੈਵਨਿਊ ਕੋਰਟ ਚੱਲਦਾ ਹੋਵੇ, ਪੰਜਾਬ ਦਾ ਕਿਸੇ ਵੀ ਰੈਵਨਿਊ ਅਫਸਰ ਦੀ ਕੋਈ ਕੋਰਟ ਕੇਸ ਚੱਲਦਾ ਹੋਵੇ ਤਾਂ ਫਾਈਨੈਂਸ਼ੀਅਲ ਕਮਿਸ਼ਨਰ ਪੂਰੇ ਪੰਜਾਬ ਦੇ ਵਿੱਚੋਂ, ਕਮਿਸ਼ਨਰ ਆਪਣੀ ਡਿਵੀਜ਼ਨ ਦੇ ਵਿੱਚੋਂ ਤੇ ਕਲੈਕਟਰ ਆਪਣੇ ਡਿਸਟ੍ਰਿਕਟ ਦੇ ਵਿੱਚੋਂ ਕੋਈ ਵੀ ਮੁਕੱਦਮਾ ਕਿਸੇ ਵੀ ਅਦਾਲਤ ਵਿੱਚ ਚੱਲਦਾ ਹੋਵੇ ਉਸ ਨੂੰ ਡਿਸਟ੍ਰੀਬਿਊਟ ਕਰ ਸਕਦਾ, ਉਹਨੂੰ ਰਿਟਨ ਆਰਡਰ ਜਾਰੀ ਕਰਕੇ ਆਰਡਰ ਡਿਸਟ੍ਰੀਬਿਊਟ ਇਨ ਐਨੀ ਮੈਨਰ ਐਜ਼ ਹੀ ਥਿੰਕਸ ਫਿਟ ਐਨੀ ਬਿਜ਼ਨਸ ਕਵਰੇਬਲ ਬਾਈ ਰੈਵਨਿਊ ਆਫਿਸਰ ਕੋਡ ਅੰਡਰ ਹਿਸ ਕੰਟਰੋਲ। ਜਿਨ੍ਹਾਂ ਕਿ ਵਿਡਰਾ ਵੀ ਕਰਤਾ ਜਾ ਸਕਦਾ ਹੈ, ਕਿਸੇ ਹੋਰ ਆਫਿਸਰ ਨੂੰ ਵੀ ਦਿੱਤਾ ਜਾ ਸਕਦਾ ਹੈ, ਠੀਕ ਹੈ। ਪਰ ਇਹ ਸਬਸੈਕਸ਼ਨ 3 ਕਿਹਾ ਲਿਮਿਟਡ ਪਾਵਰਸ ਹੁੰਦੀਆਂ ਨੇ। ਇਹ ਵੀ ਨਾਲ ਦੇਖਿਆ ਜਾਂਦਾ ਹੈ ਵੀ ਕੀ ਉਸ ਅਧਿਕਾਰੀ ਕੋਲੇ ਉਸ ਮੁਕੱਦਮੇ ਨੂੰ ਸੁਣਨ ਦੀ ਕੰਪੀਟੈਂਸੀ ਹੈਗੀ ਹੈ। ਜੇ ਕੰਪੀਟੈਂਸੀ ਹੈਗੀ ਹੈ ਤਾਂ ਹੀ ਉਹ ਆਫਿਸਰ ਜਿਹੜਾ ਹੈਗਾ ਉਹ ਮੁਕੱਦਮਾ ਸੁਣ ਸਕਦਾ ਹੈ, ਅਦਰਵਾਈਜ਼ ਨਹੀਂ ਸੁਣ ਸਕਦਾ।
ਇਹ ਸੈਕਸ਼ਨ 79 ਚ ਕਿਹਾ ਗਿਆ ਕਿ ਕੋਈ ਵੀ ਕੰਟਰੋਲਿੰਗ ਅਥਾਰਟੀ ਆਪਣੇ ਅਧੀਨ ਕਿਸੇ ਵੀ ਰੈਵਨਿਊ ਆਫੀਸਰ ਦੇ ਜਿਹੜਾ ਬਿਜ਼ਨਸ ਹੈਗਾ, ਬਿਜ਼ਨਸ ਮਤਲਬ ਕੋਈ ਮੁਕੱਦਮਾ ਕੋਈ ਕੇਸ ਉਹਦੀ ਅਦਾਲਤ ਵਿੱਚ ਚੱਲਦਾ ਹੈ, ਚਾਹੇ ਉਹ ਆਪਣੇ ਓਨ ਮੋਸ਼ਨ ਤੇ ਜਾਂ ਕਿਸੇ ਦੀ ਅਰਜ਼ੀ ਦੇ ਮੁਤਾਬਕ ਉਸ ਨੂੰ ਜੇ ਲੱਗਦਾ ਹੈ ਵੀ ਇਹ ਮੁਕੱਦਮੇ ਦੀ ਜਿਹੜੀ ਪੈਰਵਾਈ ਹੈ ਗਲਤ ਤਰੀਕੇ ਨਾਲ, ਪ੍ਰੋਸੀਡਿੰਗ ਗਲਤ ਤਰੀਕੇ ਨਾਲ ਚੱਲ ਰਹੀਆਂ ਨੇ, ਤਾਂ ਉਸ ਤੋਂ ਵਿਡਰੋ ਵੀ ਕਰ ਸਕਦਾ ਹੈ, ਕਿਸੇ ਹੋਰ ਆਫਿਸਰ ਨੂੰ ਵੀ ਸੌਂਪਿਆ ਜਾ ਸਕਦਾ ਹੈ। ਜਾਂ ਇਨ ਪ੍ਰੈਕਟਿਸ ਇਹ ਵੀ ਹੈਗਾ ਵੀ ਜੇ ਕਿਸੇ ਰੈਵਨਿਊ ਆਫਿਸਰ ਨੂੰ ਲੱਗਦਾ ਹੈ ਵੀ ਇਹ ਜਿਹੜਾ ਮੁਕੱਦਮਾ ਹੈਗਾ ਮੈਂ ਇਸ ਨੂੰ ਵਧੀਆ ਤਰੀਕੇ ਦੇ ਨਾਲ ਡੀਲ ਨਹੀਂ ਕਰ ਸਕਦਾ, ਅਨਡਿਊ ਇਨਫਲੂਐਂਸ ਮੇਰੇ ਤੇ ਕ੍ਰੀਏਟ ਹੋ ਰਿਹਾ ਹੈਗਾ, ਤਾਂ ਰੈਵਨਿਊ ਆਫਿਸਰ ਵੀ ਆਪਣੇ ਕਿਸੇ ਇਦਾਂ ਦੇ ਮੁਕੱਦਮੇ ਨੂੰ ਜਿਹੜਾ ਲਿਖ ਕੇ ਭੇਜ ਸਕਦਾ ਹੈ ਉੱਪਰਲੀ ਅਦਾਲਤ ਨੂੰ ਵੀ ਕਿਸੇ ਨੂੰ ਹੋਰ ਕੋਰਟ ਦੇ ਵਿੱਚ ਇਹ ਜਿਹੜਾ ਮੁਕੱਦਮਾ ਹੈਗਾ ਟ੍ਰਾਂਸਫਰ ਕਰ ਦਿੱਤਾ ਜਾਵੇ। ਇਹ ਵੀ ਇੱਕ ਹੈਗਾ, ਉਹਦੇ ਵਿੱਚ ਜੇ ਕੋਈ ਐਪਲੀਕੇਸ਼ਨ ਦਿੰਦਾ ਹੈ ਤਾਂ ਰੈਵਨਿਊ ਆਫਿਸਰ ਦੀ ਪਹਿਲਾਂ ਰਿਪੋਰਟ ਲਈ ਜਾਂਦੀ ਹੈ। ਜਿਹੜੀ ਰੈਵਨਿਊ ਕੋਰਟ ਦੇ ਵਿੱਚ ਕੋਈ ਮੁਕੱਦਮਾ ਚੱਲਦਾ ਹੈ ਤਾਂ ਹਾਇਰ ਕੋਰਟ ਜਿਹੜੀ ਹੈਗੀ ਹੈ ਪਹਿਲਾਂ ਉਸ ਤੋਂ ਕੰਸਰਨਡ ਕੋਰਟ ਤੋਂ ਰਿਪੋਰਟ ਮੰਗਦੀ ਹੈ। ਉਹਦੀ ਰਿਪੋਰਟ ਤੋਂ ਜੇ ਸੈਟੀਸਫਾਈ ਹੁੰਦਾ ਹੈਗਾ ਹਾਇਰ ਅਥਾਰਟੀ, ਤਾਂ ਉਹ ਜਿਹੜੀ ਐਪਲੀਕੇਸ਼ਨ ਆਉਂਦੀ ਹੈ ਤਾਂ ਉਹਨੂੰ ਰਿਜੈਕਟ ਕੀਤਾ ਜਾ ਸਕਦਾ ਹੈ। ਜੇਕਰ ਰਿਪੋਰਟ ਦੇ ਉੱਪਰੋਂ ਜਿਹੜੀ ਰਿਪੋਰਟ ਮੰਗੀ ਜਾਂਦੀ ਹੈ ਰੈਵਨਿਊ ਕੋਰਟ ਤੋਂ, ਜੇਕਰ ਉਹਦੇ ਮੁਤਾਬਕ ਸੈਟੀਸਫੈਕਸ਼ਨ ਨਹੀਂ ਹੁੰਦੀ ਹਾਇਰ ਅਥਾਰਟੀ ਦੀ, ਤਾਂ ਜਿਹੜਾ ਮੁਕੱਦਮਾ ਹੈਗਾ ਟ੍ਰਾਂਸਫਰ ਕਰਕੇ ਕਿਸੇ ਹੋਰ ਕੋਰਟ ਨੂੰ ਭੇਜਿਆ ਜਾ ਸਕਦਾ ਹੁੰਦਾ ਹੈ। ਨੈਕਸਟ ਹੈਗਾ ਜਿਹੜਾ ਹੈਡ ਹੈ ਸਾਡਾ ਅਪੀਲ ਰਿਵਿਊ ਐਂਡ ਰਿਵੀਜ਼ਨ ਦਾ। ਜਿਵੇਂ ਅਸੀਂ ਪਹਿਲਾਂ ਲੈਂਡ ਰੈਵਨਿਊ ਐਕਟ ਵਿੱਚ ਪੜ੍ਹਿਆ ਸੀ ਸੈਕਸ਼ਨ 13, 14, 15, 16, 17। ਸੈਕਸ਼ਨ 13 ਚ ਅਪੀਲ ਪੜ੍ਹੀਆਂ ਸੀ, ਪਹਿਲਾਂ ਅਸੀਂ ਅਪੀਲਾਂ ਪੜ੍ਹੀਆਂ ਨੇ। ਇੱਥੇ ਸੈਕਸ਼ਨ 13 ਤੁਸੀਂ ਨੋਟ ਕਰ ਲਓ, ਇਹ ਆਲਮੋਸਟ ਸੇਮ ਹੈਗਾ। ਸੈਕਸ਼ਨ 80 ਅਸਿਸਟੈਂਟ ਕਲੈਕਟਰ ਆਫ ਆਈਦਰ ਗ੍ਰੇਡ, ਚਾਹੇ ਫਸਟ ਗ੍ਰੇਡ ਹੋਵੇ ਚਾਹੇ ਸੈਕੰਡ ਗ੍ਰੇਡ ਹੋਵੇ, ਉਹਦੀ ਜਿਹੜੀ ਅਪੀਲ ਫਾਈਲ ਹੁੰਦੀ ਹੈ ਕਲੈਕਟਰ ਦੀ ਫਾਈਲ ਹੁੰਦੀ ਹੈ। ਕਲੈਕਟਰ ਦੀ ਜਿਹੜੀ ਅਪੀਲ ਹੈ ਉਹ ਕਮਿਸ਼ਨਰ ਦੀ ਫਾਈਲ ਹੁੰਦੀ ਹੈ। ਇਸੇ ਤਰੀਕੇ ਸੀ ਦੇ ਵਿੱਚ ਕਲੌਜ਼ ਸੀ ਦੱਸਿਆ ਗਿਆ ਵੀ ਕਮਿਸ਼ਨਰ ਦੀ ਜਿਹੜੀ ਅਪੀਲ ਹੈ ਉਹ FCR ਦੀ ਫਾਈਲ ਕੀਤੀ ਜਾਂਦੀ ਹੈ। ਅੱਗੇ ਦੀਆਂ ਕੁਝ ਪ੍ਰੋਵੀਜ਼ਨ ਪ੍ਰੋਵਾਈਡਡ ਐਕਸੈਪਸ਼ਨ ਦਿੱਤੀਆਂ ਗਈਆਂ ਨੇ। ਐਨ ਅਪੀਲ from an order or decree made by assistant collector of the first grade specially by name, ਜਦੋਂ ਕਿਸੇ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਦੇ ਬਾਈ ਨੇਮ ਤੇ ਕੋਈ ਜਿਹੜੀ ਹੈਗੀ ਆ ਅਪੀਲ ਫਾਈਲ ਕੀਤੀ ਗਈ ਹੈ, ਐਨ ਅਪੀਲ ਫਰੋਮ ਐਨ ਆਰਡਰ ਔਰ ਡਿਕਰੀ ਮੇਡ ਬਾਈ ਅਸਿਸਟੈਂਟ ਕਲੈਕਟਰ ਆਫ ਦਾ ਫਸਟ ਗ੍ਰੇਡ। ਜੇ ਕਿਸੇ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਨੂੰ ਕੋਈ ਪਾਵਰ ਦਿੱਤੀਆਂ ਗਈਆਂ ਸੀ, ਸਪੈਸ਼ਲ ਬਾਈ ਨੇਮ ਪਾਵਰਾਂ ਦਿੱਤੀਆਂ ਗਈਆਂ ਸੀ, ਉਹਨੇ ਕੋਈ ਆਰਡਰ ਕੀਤਾ ਹੈ, ਜਿਹੜੀ ਉਹਦੀ ਅਪੀਲ ਫਾਈਲ ਕਰਨੀ ਹੈ, ਉਹਦੀ ਅਪੀਲ ਸਿਰਫ ਕਮਿਸ਼ਨਰ ਦੇ ਫਾਈਲ ਹੋ ਸਕਦੀ ਹੈ, ਕਲੈਕਟਰ ਦੀ ਨਹੀਂ ਜਾਂਦੀ। ਸ਼ੈਲ ਲਾਈ ਟੂ ਦਾ ਕਮਿਸ਼ਨਰ ਬਾਈ ਨੇਮ। ਕਿਸੇ ਅਸਿਸਟੈਂਟ ਕਲੈਕਟਰ ਫਸਟ ਗ੍ਰੇਡ ਦੇ ਕੋਈ ਕੇਸ ਫੈਸਲਾ ਕੀਤਾ ਹੈ, ਉਹਦੀ ਜਿਹੜੀ ਅਪੀਲ ਫਾਈਲ ਹੁੰਦੀ ਹੈ ਉਹ ਕਮਿਸ਼ਨਰ ਦੀ ਹੁੰਦੀ ਹੈ। ਵੈਨ ਐਨ ਓਰੀਜਨਲ ਆਰਡਰ, ਕਲੌਜ਼ 2 ਦੇ ਵਿੱਚ ਕੀ ਹੈ, ਪ੍ਰੋਵੀਜ਼ਨ 2, ਵੈਨ ਐਨ ਓਰੀਜਨਲ ਆਰਡਰ ਔਰ ਡਿਕਰੀ ਇਜ਼ ਕਨਫਰਮਡ ਔਨ ਫਸਟ ਅਪੀਲ, ਜਦੋਂ ਕੋਈ ਆਰਡਰ ਹੈ ਜਿਹੜਾ ਜਾਂ ਕੋਈ ਡਿਕਰੀ ਹੈ, ਫਸਟ ਜਦੋਂ ਉਹਦੀ ਅਪੀਲ ਹੋ ਜਾਂਦੀ ਹੈ, ਉਹ ਅਪੀਲ ਦੇ ਵਿੱਚ ਉਹ ਕਨਫਰਮ ਹੋ ਗਈ, ਮੋਡੀਫਾਈ ਨਹੀਂ ਹੋਈ ਨਾ ਰਿਜੈਕਟ ਹੋਈ, ਕਨਫਰਮ ਹੋ ਗਈ, ਠੀਕ ਹੈ, ਤਾਂ ਸੈਕੰਡ ਅਪੀਲ ਸ਼ੈਲ ਨਾਟ ਲਾਈ, ਤਾਂ ਦੂਜੀ ਅਪੀਲ ਉਹਦੀ ਲਾਈ ਨਹੀਂ ਕਰਦੀ। ਪਹਿਲੇ ਆਰਡਰ ਨੂੰ ਕਨਫਰਮ ਕਰਤਾ ਅਪੀਲ ਦੇ ਵਿੱਚ ਅਪੀਲੈਂਟ ਕੋਰਟ ਨੇ, ਠੀਕ ਹੈ, ਤਾਂ ਉਹਦੀ ਸੈਕੰਡ ਅਪੀਲ ਲਾਈ ਨਹੀਂ ਕਰਦੀ। ਥਰਡ ਕਲੌਜ਼ ਕੀ ਕਹਿੰਦੀ ਹੈ, ਵੈਨ ਐਨੀ ਸੱਚ ਆਰਡਰ ਔਰ ਡਿਕਰੀ ਇਜ਼ ਮੋਡੀਫਾਈਡ ਔਰ ਰਿਵਰਸ, ਜਦੋਂ ਕੋਈ ਓਰੀਜਨਲ ਆਰਡਰ ਦੇ ਖਿਲਾਫ ਕੋਈ ਅਪੀਲ ਫਾਈਲ ਹੋਈ, ਅਪੀਲ ਦੇ ਵਿੱਚ ਕਲੈਕਟਰ ਵੱਲੋਂ, ਕਲੈਕਟਰ ਕੋਲੇ ਅਪੀਲ ਚਲੀ ਗਈ, ਮੰਨ ਲਓ ਕਲੈਕਟਰ ਨੇ ਉਸ ਆਰਡਰ ਨੂੰ ਮੋਡੀਫਾਈ ਕੀਤਾ ਹੈ ਜਾਂ ਰਿਵਰਸ ਕੀਤਾ ਹੈ ਅਪੀਲ ਦੇ ਵਿੱਚ ਬਾਈ ਦਾ ਕਲੈਕਟਰ, ਦਾ ਆਰਡਰ ਔਰ ਡਿਕਰੀ ਮੇਡ ਬਾਈ ਦਾ ਕਮਿਸ਼ਨਰ, ਉਸ ਤੋਂ ਬਾਅਦ ਜਦੋਂ ਅਪੀਲ ਕਮਿਸ਼ਨਰ ਕੋਲੇ ਜਾਂਦੀ ਹੈ, ਔਨ ਫਰਦਰ ਅਪੀਲ ਇਫ ਐਨੀ ਟੂ ਹਿਮ ਸ਼ੈਲ ਬੀ ਫਾਈਨਲ, ਤਾਂ ਫਿਰ ਕਮਿਸ਼ਨਰ ਕੋਲ ਜਿਹੜਾ ਫੈਸਲਾ ਹੁੰਦਾ ਉਹ ਫਾਈਨਲ ਹੁੰਦਾ, ਉਹਦੀ ਫਰਦਰ ਅਪੀਲ FCR ਦੇ ਕੋਲੇ ਲਾਈ ਨਹੀਂ ਕਰਦੀ। ਨੈਕਸਟ ਅਸੀਂ ਸੈਕਸ਼ਨ 14 ਪੜ੍ਹਿਆ ਸੀਗਾ ਲੈਂਡ ਰੈਵਨਿਊ ਐਕਟ ਦੇ ਵਿੱਚ। ਇੱਥੇ ਸੈਕਸ਼ਨ 81 ਹੈਗਾ। ਜਿਹੜੀ ਪਹਿਲੀ ਅਪੀਲ ਹੈ ਕਲੈਕਟਰ ਦੇ 30 ਡੇਜ਼ ਦੇ ਅੰਦਰ ਹੋ ਜਾਂਦੀ ਹੈ। ਸੈਕੰਡ ਅਪੀਲ ਜਿਹੜੀ ਕਮਿਸ਼ਨਰ ਦੀ ਜਾਂਦੀ ਹੈ ਉਹ 60 ਡੇਜ਼ ਚਲੀ ਜਾਂਦੀ ਹੈ, 60 ਡੇਜ਼ ਦਿੱਤੇ ਜਾਂਦੇ ਨੇ, ਤੇ FCR ਦੀ ਜਿਹੜੀ ਅਪੀਲ ਫਾਈਲ ਕੀਤੀ ਜਾਂਦੀ ਹੈ ਉਹਦੇ 90 ਡੇਜ਼ ਹੁੰਦੇ ਆ। ਨੈਕਸਟ ਹੈ ਰਿਵਿਊ ਬਾਈ ਰੈਵਨਿਊ ਆਫੀਸਰਸ। ਲੈਂਡ ਰੈਵਨਿਊ ਐਕਟ ਪੜ੍ਹਿਆ ਸੀ, ਉਹ 'ਚ ਸੈਕਸ਼ਨ 15 ਸੀ ਦਿੱਤੀ ਵੀ ਇਹਦੇ ਵਿੱਚ ਰਿਵਿਊ ਦੀ, ਸੈਕਸ਼ਨ 15 ਹੈਗੀ ਹੈ। ਰਿਵਿਊ ਕਦੋਂ ਹੁੰਦੀ ਹੈ, ਰਿਵਿਊ ਬਾਈ ਹਿਜ਼ ਓਨ ਮੋਸ਼ਨ ਔਰ ਰਿਵਿਊ ਬਾਈ ਦਾ ਐਪਲੀਕੇਸ਼ਨ ਆਫ ਦਾ ਕੰਸਰਨ ਪਾਰਟੀ। ਰਿਵਿਊ ਜਦੋਂ ਕੀਤੀ ਜਾਂਦੀ ਹੈ ਤਾਂ ਰਿਵਿਊ ਦੇ ਵਿੱਚ ਕੀ ਹੈਗਾ, ਜਿਹੜਾ ਆਰਡਰ ਹੈਗਾ ਰਿਵਿਊ ਕਰਨ ਤੋਂ ਬਾਅਦ, ਸਭ ਤੋਂ ਪਹਿਲਾਂ ਤਾਂ ਇਹ ਵੀ ਜਦੋਂ ਰਿਵਿਊ ਕੀਤੀ ਜਾਂਦੀ ਹੈ ਤਾਂ ਜਿਹੜਾ ਕੰਸਰਨਡ ਜਿਹੜੀ ਕੰਟਰੋਲਿੰਗ ਅਥਾਰਟੀ ਹੁੰਦੀ ਹੈ, ਕੰਟਰੋਲਿੰਗ ਅਥਾਰਟੀ ਤੋਂ ਜਿਹੜੀ ਪਾਵਰ ਹੈ ਉਹ ਲਈ ਜਾਂਦੀ ਹੈ, ਪਰਮਿਸ਼ਨ ਲਈ ਜਾਂਦੀ ਹੈ। ਕਮਿਸ਼ਨਰ ਜਾਂ ਕਲੈਕਟਰ ਨੇ ਕਿਸੇ
ਆਰਡਰ ਆਪ ਨਾ ਪਾਸ ਕੀਤਾ ਹੋਵੇ, ਕਮਿਸ਼ਨਰ ਨੇ ਜਾਂ ਕਲੈਕਟਰ ਨੇ ਆਰਡਰ ਆਪ ਨਾ ਪਾਸ ਕੀਤਾ ਹੋਵੇ, ਜਾਂ ਰੈਵਨਿਊ ਆਫੀਸਰ ਆਫ ਆਈਦਰ ਗ੍ਰੇਡ ਉਹਨੇ ਆਰਡਰ ਬੇਸ਼ੱਕ ਆਪ ਪਾਸ ਕੀਤਾ ਹੋਵੇ, ਬੇਸ਼ੱਕ ਆਰਡਰ ਉਹਦੇ ਪ੍ਰੀਡਿਸੈਸਰ ਨੇ ਪਾਸ ਕੀਤਾ ਹੋਵੇ। ਠੀਕ ਹੈ, ਤਾਂ ਉਹਨੂੰ ਜੇ ਰਿਵਿਊ ਕੀਤਾ ਜਾਣਾ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਹੈਗੀ ਹੈ ਕੰਟਰੋਲਿੰਗ ਅਥਾਰਟੀ ਦੀ ਜਿਹੜੀ ਹੈਗੀ ਪਰਮਿਸ਼ਨ ਲਈ ਜਾਂਦੀ ਹੈ। ਠੀਕ ਹੈ, ਪਰਮਿਸ਼ਨ ਲਈ ਜਾਂਦੀ ਹੈ ਤੇ ਫਿਰ ਇਹਦਾ ਜੇ ਕੋਈ ਪਾਰਟੀ ਨੇ ਕਿਸੇ ਨੇ ਅਰਜੀ ਦੇਣੀ ਹੈ, ਬੀ ਕਲੌਜ਼ ਦੱਸਿਆ ਗਿਆ ਜੇ ਕਿਸੇ ਪਾਰਟੀ ਨੇ ਅਰਜੀ ਦੇਣੀ ਹੈ, ਕੋਈ ਕੇਸ ਰਿਵਿਊ ਕਰਵਾਉਣਾ ਹੈ ਤਾਂ ਉਹਦੀ 90 ਡੇਜ਼ ਦੀ ਜਿਹੜੀ ਅਰਜੀ ਲਿਮਿਟੇਸ਼ਨ ਹੈਗੀ ਹੈ ਵੀ 90 ਦਿਨ ਦੇ ਅੰਦਰ ਅੰਦਰ ਜੇ ਕੋਈ ਪਾਰਟੀ ਆ ਅਰਜੀ ਦੇਣੀ ਬਣਦੀ ਹੈ। ਜੇਕਰ 90 ਦਿਨ ਦੇ ਅੰਦਰ ਪਾਰਟੀ ਅਰਜੀ ਨਹੀਂ ਦੇ ਪਾਉਂਦੀ ਤਾਂ ਉਹਦੀ ਰਿਸਪੌਂਸਿਬਿਲਿਟੀ ਆ ਉਹ ਰੈਵਨਿਊ ਆਫੀਸਰ ਨੂੰ ਕੰਸਰਨ ਨੂੰ ਸੈਟੀਸਫਾਈ ਕਰਾਏ ਕਿ ਹਾਂ ਮੈਂ 90 ਦਿਨ ਦੇ ਅੰਦਰ ਐਪਲੀਕੇਸ਼ਨ ਕਿਉਂ ਨਹੀਂ ਦੇ ਪਾਇਆ। ਫਿਰ ਕੀ ਹੈਗਾ, ਜਦੋਂ ਕੰਟਰੋਲਿੰਗ ਅਥਾਰਟੀ ਤੋਂ ਪਰਮਿਸ਼ਨ ਮਿਲ ਗਈ ਰਿਵਿਊ ਕਰਨ ਦਾ ਕਿਸੇ ਆਰਡਰ ਨੂੰ, ਤਾਂ ਰਿਵਿਊ ਕਰਨ ਦੇ ਲਈ ਜਿਹੜਾ ਹੈਗਾ ਆਰਡਰ ਹੈ ਮੋਡੀਫਾਈ ਵੀ ਕੀਤਾ ਜਾ ਸਕਦਾ ਹੈ। ਜਿਹੜਾ ਪਹਿਲਾ ਕੇਸ ਸੀਗਾ ਆਰਡਰ ਸੀਗਾ ਉਹਨੂੰ ਰਿਵਰਸ ਵੀ ਕੀਤਾ ਜਾ ਸਕਦਾ ਹੈ, ਉਹਨੂੰ ਕਨਫਰਮ ਵੀ ਕੀਤਾ ਜਾ ਸਕਦਾ ਹੈ। ਦੇਖੋ ਤਿੰਨ ਤਰੀਕੇ ਹੈਗੇ ਆ। ਜਦੋਂ ਕੋਈ ਆਰਡਰ ਪਾਸ ਪਹਿਲਾਂ ਹੋ ਗਿਆ, ਜਿਵੇਂ ਕੋਈ ਇੰਤਕਾਲ ਮਨਜ਼ੂਰ ਹੋ ਗਿਆ ਪਹਿਲਾਂ, ਠੀਕ ਹੈ, ਉਹਦੀ ਅਸੀਂ ਪਰਮਿਸ਼ਨ ਲੈ ਲਈ, ਉਹਨੂੰ ਅਸੀਂ ਦੁਬਾਰਾ ਰਿਵਿਊ ਕਰਨਾ ਹੈ ਤਾਂ ਰਿਵਿਊ ਕਰਕੇ ਅਸੀਂ ਉਹਨੂੰ ਮੋਡੀਫਾਈ ਵੀ ਕਰ ਸਕਦੇ ਹਾਂ, ਅਸੀਂ ਉਹਨੂੰ ਰਿਵਰਸ ਵੀ ਕਰ ਸਕਦੇ ਹਾਂ, ਬੈਕ ਕਰ ਸਕਦੇ ਹਾਂ ਵੀ ਨਹੀਂ ਗਲਤ ਹੋ ਗਿਆ ਇਹ। ਠੀਕ ਹੈ, ਕਈ ਵਾਰੀ ਇੰਤਕਾਲ ਅਸੀਂ ਜੇਕਰ ਦੁਬਾਰਾ ਦਰਜ ਕਰ ਦਿੰਦੇ ਹਾਂ, ਦੁਬਾਰਾ ਮਨਜ਼ੂਰ ਇੰਤਕਾਲ ਹੋ ਜਾਂਦਾ ਹੈਗਾ, ਉਹਦਾ ਇਹ ਪ੍ਰੋਸੀਜਰ ਹੁੰਦਾ ਵੀ ਅਸੀਂ ਉਹਦੀ ਰਿਵਿਊ ਦੀ ਪਰਮਿਸ਼ਨ ਲੈ ਕੇ ਉਸ ਇੰਤਕਾਲ ਨੂੰ ਦੁਬਾਰਾ ਰਿਵਰਸ ਕਰ ਸਕਦੇ ਹਾਂ ਵੀ ਨਹੀਂ ਇਹ ਗਲਤ ਹੋ ਗਿਆ ਸੀ, ਇਹ ਪਹਿਲਾਂ ਆਲਰੇਡੀ ਹੋ ਚੁੱਕਿਆ ਹੈਗਾ। ਜਾਂ ਫਿਰ ਉਹ 'ਚ ਕੋਈ ਤਬਦੀਲੀ ਕਰਨੀ ਹੈ ਤਾਂ ਤਬਦੀਲੀ ਵੀ ਕਰ ਸਕਦੇ ਹਾਂ, ਜਾਂ ਫਿਰ ਜਿਹੜਾ ਆਰਡਰ ਅਸੀਂ ਪਹਿਲਾਂ ਕੀਤਾ ਹੋਇਆ ਉਹ ਅਸੀਂ ਕਹਿੰਦੇ ਵੀ ਠੀਕ ਹੈ ਇਹ 'ਚ ਕੋਈ ਤਬਦੀਲੀ ਦੀ ਲੋੜ ਨਹੀਂ, ਨਾ ਇਹਨੂੰ ਰਿਵਰਸ ਕਰਨ ਦੀ ਜ਼ਰੂਰਤ, ਨਾ ਇਹ 'ਚ ਮੋਡੀਫਾਈ ਦੀ ਜ਼ਰੂਰਤ, ਤਾਂ ਇਹ ਜਿਹੜਾ ਆਰਡਰ ਹੈ ਪਹਿਲਾਂ ਬਿਲਕੁਲ ਠੀਕ ਕੀਤਾ ਹੋਇਆ, ਤੁਸੀਂ ਉਸਨੂੰ ਕਨਫਰਮ ਵੀ ਕਰ ਸਕਦੇ ਆ। ਤਾਂ ਪਰ an order against which an appeal has been preferred shall not be reviewed। ਜਿੱਥੇ ਕਿਤੇ ਕਿਸੇ ਆਰਡਰ ਦੀ ਜਿਹੜੀ ਅਪੀਲ ਫਾਈਲ ਹੋ ਜਾਂਦੀ ਹੈ, ਸੌਰੀ ਇਸ ਤੋਂ ਪਹਿਲਾਂ ਇਹ ਸੀਗਾ ਵੀ ਜਦੋਂ ਕਿ ਰੈਵਨਿਊ ਆਫੀਸਰ ਕਿਸੇ ਆਰਡਰ ਨੂੰ ਮੋਡੀਫਾਈ ਕਰਨਾ ਚਾਹੁੰਦਾ ਹੈ ਜਾਂ ਰਿਵਰਸ ਕਰਨਾ ਚਾਹੁੰਦਾ ਹੈ ਤਾਂ ਉਸ ਤੋਂ ਪਹਿਲਾਂ ਜਿਹੜੇ ਕੰਸਰਨਡ ਪਾਰਟੀਆਂ ਹੈਗੀਆਂ ਨੇ, ਕੰਸਰਨਡ ਪਾਰਟੀ ਨੂੰ ਨੋਟਿਸ ਭੇਜਿਆ ਜਾਵੇਗਾ, ਨੋਟਿਸ ਭੇਜ ਕੇ ਉਹਨਾਂ ਨੂੰ ਸੁਣਿਆ ਜਾਵੇਗਾ। ਠੀਕ ਹੈ, ਇਹ ਮੈਂਡੇਟਰੀ ਹੈਗਾ, ਸੁਣਨ ਤੋਂ ਬਾਅਦ ਹੀ ਤੁਸੀਂ ਆਰਡਰ ਨੂੰ ਮੋਡੀਫਾਈ ਕਰ ਸਕਦੇ ਹੋ ਜਾਂ ਰਿਵਰਸ ਕਰ ਸਕਦੇ ਹੋ। ਪਰ ਜੇਕਰ ਤੁਸੀਂ ਆਰਡਰ ਨੂੰ ਕਨਫਰਮ ਕਰਨਾ ਹੈ ਫਿਰ ਕਿਸੇ ਪਾਰਟੀ ਨੂੰ ਦੁਬਾਰਾ ਸੁਣਨ ਦੀ ਲੋੜ ਨਹੀਂ ਹੁੰਦੀ। ਇਹ ਸੀ ਕਲੌਜ਼ ਦੇ ਵਿੱਚ ਕਹਿੰਦੀ ਹੈ। ਅੱਗੇ ਹੈਗਾ ਡੀ ਕਲੌਜ਼, ਵੈਰੀ ਇੰਪੋਰਟੈਂਟ ਹੈ। ਜੇ ਅਪੀਲ ਫਾਈਲ ਹੋਊਗੀ ਕਿਸੇ ਆਰਡਰ ਦੇ ਖਿਲਾਫ, ਕੋਈ ਇੰਤਕਾਲ ਹੈ ਤੁਸੀਂ ਮਨਜ਼ੂਰ ਕਰ ਦਿੱਤਾ, ਠੀਕ ਹੈ, ਇੱਕ ਪਾਰਟੀ ਕਹਿੰਦੀ ਇਹ ਗਲਤ ਹੋ ਗਿਆ ਤੇ ਦੂਜੀ ਪਾਰਟੀ ਉਸ ਤੋਂ ਪਹਿਲਾਂ ਅਪੀਲ ਫਾਈਲ ਕਰ ਦਿੰਦੀ ਹੈ। ਹਰ ਕੋਰਟ ਦੇ ਵਿੱਚ ਜਿੱਥੇ ਅਪੀਲ ਫਾਈਲ ਹੋਗੀ ਤਾਂ ਤੁਸੀਂ ਉਸ ਆਰਡਰ ਨੂੰ ਦੁਬਾਰਾ ਰਿਵਿਊ ਨਹੀਂ ਕਰ ਸਕਦੇ। ਸਬਸੈਕਸ਼ਨ 2 'ਚ ਕਿਹਾ ਗਿਆ ਵੀ ਜਿੱਥੇ ਕਿਤੇ ਕੰਟਰੋਲਿੰਗ ਅਥਾਰਟੀ ਤੋਂ ਪਰਮਿਸ਼ਨ ਲੈਣ ਦੀ ਗੱਲ ਆ ਜਾਂਦੀ ਹੈ, ਜਿੱਥੇ ਕੰਟਰੋਲਿੰਗ ਅਥਾਰਟੀ ਦੀ ਜਿਹੜਾ ਆਫਿਸ ਖਾਲੀ ਹੈਗਾ ਤਾਂ ਤੁਸੀਂ ਕਲੈਕਟਰ ਤੋਂ ਪਰਮਿਸ਼ਨ ਲੈ ਸਕਦੇ ਹੋ। ਅੱਗੇ ਸਬਸੈਕਸ਼ਨ 3 ਦੇ ਵਿੱਚ ਕੀ ਕਿਹਾ ਗਿਆ, ਐਨ ਅਪੀਲ ਸ਼ੈਲ ਨਾਟ ਬੀ ਲਾਈ ਫਰੋਮ ਆਰਡਰ ਰਿਫਿਊਜ਼ਿੰਗ ਟੂ ਰਿਵਿਊ। ਜਿੱਥੇ ਕਿਤੇ ਅਪੀਲ ਫਾਈਲ ਨਹੀਂ ਹੋਈ, ਪਹਿਲਾਂ ਕੋਈ ਆਰਡਰ ਹੈ, ਕੋਈ ਇੰਤਕਾਲ ਮਨਜ਼ੂਰ ਹੋਇਆ ਜਾਂ ਕੋਈ ਤਕਸੀਮ ਦਾ ਕੇਸ ਫਾਈਨਲ ਹੋ ਗਿਆ, ਠੀਕ ਹੈ, ਉਹਦੇ ਲਈ ਕੀ ਹੈਗਾ ਰਿਵਿਊ ਫਾਈਲ ਹੋ ਗਈ, ਰਿਵਿਊ ਦੀ ਐਪਲੀਕੇਸ਼ਨ ਆ ਗਈ, ਰਿਵਿਊ ਦੀ ਐਪਲੀਕੇਸ਼ਨ ਰਿਫਿਊਜ਼ ਵੀ ਹੋਗੀ, ਰਿਵਿਊ ਔਰ ਕਨਫਰਮਿੰਗ ਦਾ ਰਿਵਿਊ, ਤਾਂ ਕੀ ਹੋਏਗਾ ਉਹਦੀ ਜਿਹੜੀ ਹੈਗੀ ਹੈ ਅਪੀਲ ਫਾਈਲ ਨਹੀਂ ਹੋ ਸਕਦੀ। ਐਨ ਅਪੀਲ ਸ਼ੈਲ ਨਾਟ ਲਾਈ ਫਰੋਮ ਆਰਡਰ ਰਿਫਿਊਜ਼ਿੰਗ ਟੂ ਰਿਵਿਊ ਔਰ ਕਨਫਰਮਿੰਗ ਦਾ ਰਿਵਿਊ, ਜਾਂ ਰਿਵਿਊ ਕਨਫਰਮ ਹੋਗੀ ਜਾਂ ਰਿਵਿਊ ਰਿਫਿਊਜ਼ ਹੋਗੀ, ਠੀਕ ਹੈ, ਫਿਰ ਉਸ ਆਰਡਰ ਦੇ ਖਿਲਾਫ ਅਪੀਲ ਫਾਈਲ ਨਹੀਂ ਹੁੰਦੀ। ਮਤਲਬ ਕਹਿਣ ਦਾ ਸਿੰਪਲ ਜਿਹਾ ਭਾਵ ਇਹ ਹੈ ਵੀ ਜੇ ਅਪੀਲ ਫਾਈਲ ਹੋਗੀ ਤਾਂ ਰਿਵਿਊ ਨਹੀਂ ਹੁੰਦੀ, ਜੇ ਰਿਵਿਊ ਹੋਗੀ ਤਾਂ ਫਿਰ ਅਪੀਲ ਨਹੀਂ ਹੁੰਦੀ। ਇੱਕੋ ਚੀਜ਼ ਦਾ ਬੈਨੀਫਿਟ ਲਿਆ ਜਾ ਸਕਦਾ ਹੈਗਾ, ਦੋ ਚੀਜ਼ਾਂ ਪੈਰਲਲ ਨਹੀਂ ਚੱਲ ਸਕਦੀਆਂ ਵੀ ਨਾਲੇ ਤੁਸੀਂ ਰਿਵਿਊ ਵੀ ਕਰਵਾਵੋ ਤੇ ਨਾਲੇ ਤੁਸੀਂ ਅਪੀਲ ਵੀ ਫਾਈਲ ਕਰੋ। ਮਤਲਬ ਤਾਂ ਇਹ ਹੁੰਦਾ ਵੀ ਰੀਹੀਅਰਿੰਗ ਹੋਣੀ ਚਾਹੀਦੀ ਹੈ। ਜੇ ਰੀਹੀਅਰਿੰਗ ਚਾਹੇ ਅਪੀਲ ਦੇ ਵਿੱਚ ਹੋਗੀ ਤਾਂ ਰਿਵਿਊ ਨਹੀਂ ਸਕਦੇ, ਜੇ ਰਿਵਿਊ ਦੇ ਵਿੱਚ ਹੋਗੀ ਤੁਹਾਡੀ ਹੀਅਰਿੰਗ ਹੋਗੀ ਤਾਂ ਫਿਰ ਤੁਸੀਂ ਅਪੀਲ ਪਾਉਣ ਦੇ ਅਧਿਕਾਰੀ ਨਹੀਂ ਰਹਿ ਜਾਂਦੇ। ਨੈਕਸਟ ਹੈਗਾ ਸੈਕਸ਼ਨ 83 ਕੰਪਿਊਟੇਸ਼ਨ ਆਫ ਪੀਰੀਅਡ ਲਿਮਿਟਡ ਫਾਰ ਦਾ ਅਪੀਲਸ ਐਂਡ ਐਪਲੀਕੇਸ਼ਨਸ ਫਾਰ ਦਾ ਰਿਵਿਊ। ਜਿੱਥੇ ਕਿਸੇ ਕੋਈ ਅਸੀਂ ਅਪੀਲ ਫਾਈਲ ਕਰਨੀ ਹੈ, ਕੋਈ ਰਿਵਿਊ ਫਾਈਲ ਕਰਨੀ ਹੈ, ਵੈਸੇ ਤਾਂ ਦੇਖੋ ਸਟੈਂਡਰਡ ਟਾਈਮ ਦਿੱਤਾ ਗਿਆ 30 ਡੇਜ਼, 60 ਡੇਜ਼, 90 ਡੇਜ਼, ਪਰ 30 ਡੇਜ਼ ਕਿੱਥੋਂ ਤੋਂ ਕਿੱਥੋਂ ਤੱਕ ਕਿਵੇਂ ਸਮਾਂ ਸਟਾਰਟ ਹੁੰਦਾ ਹੈਗਾ ਐਪਲੀਕੇਸ਼ਨ ਦਾ, ਆਰਡਰ ਦੀ ਕਾਪੀ ਮਿਲਣ ਤੋਂ ਬਾਅਦ, ਇੱਦਾਂ ਦਾ ਜਿਹੜਾ ਸਾਰਾ ਪ੍ਰੋਸੀਜਰ ਹੈਗਾ ਲਿਮਿਟੇਸ਼ਨ ਆਫ ਐਕਟ 1877 ਸਾਡਾ ਹੈਗਾ, ਉਹ ਲਿਮਿਟੇਸ਼ਨ ਐਕਟ ਦੇ ਮੁਤਾਬਕ ਜਿਹੜੀ ਹੈਗਾ ਜਿਹੜਾ ਟਾਈਮ ਹੈਗਾ ਉਹਨੂੰ ਕੰਪਿਊਟ ਕੀਤਾ ਜਾਂਦਾ ਹੈ।
नेक्स्ट है सेक्शन 84, पावर टू कॉल फॉर एग्जामिन एंड रिवाइज प्रोसीडिंग्स ऑफ द रेवेन्यू ऑफिसर्स और रेवेन्यू कोर्ट्स। किसी भी रेवेन्यू ऑफिसर की अदालत ਵਿੱਚ ਜਾਂ ਕਿਸੇ रेवेन्यू ऑफिसर ਦੀ ਕੋਰਟ ਦੇ ਵਿੱਚ ਕੋਈ ਵੀ ਐਪਲੀਕੇਸ਼ਨ ਚੱਲਦੀ ਹੈ, ਕੋਈ ਪ੍ਰੋਸੀਡਿੰਗ ਚੱਲਦੀ ਹੈ, ਠੀਕ ਹੈ। ਅਸੀਂ ਸੈਕਸ਼ਨ 16 ਪੜ੍ਹਿਆ ਸੀਗਾ ਲੈਂਡ ਰੈਵਨਿਊ ਐਕਟ ਦਾ, ਸੈਕਸ਼ਨ 16 ਉਹੀ ਇੱਥੇ ਡੀਟੋ ਕਾਪੀ ਹੈਗਾ। ਉਹਦੇ ਵਿੱਚ ਕੀ ਹੈ, ਐਫਸੀਆਰ ਆਪਦੇ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਅਧਿਕਾਰੀ ਦੇ ਕੋਲੋਂ ਮੰਗਾ ਕੇ ਉਹਦੀ ਫਾਈਲ ਦੇਖ ਸਕਦਾ ਹੈ। Power to call for the financial commissioner at any time call for the record of any case pending before or disposed of any revenue officer, ਚਾਹੇ ਉਹਨੇ ਪੈਂਡਿੰਗ ਚੱਲ ਰਿਹਾ ਹੋਵੇ, ਚਾਹੇ ਡਿਸਪੋਜ਼ ਆਫ ਕਰ ਦਿੱਤਾ ਹੋਵੇ, ਪੂਰੇ ਪੰਜਾਬ ਦੇ ਵਿੱਚ ਇਸੇ ਦੀ ਕਿ ਕਮਿਸ਼ਨਰ ਔਰ ਕਲੈਕਟਰ may call for the record of any case pending before or disposed of by the revenue officer, revenue court under his control। ਕਮਿਸ਼ਨਰ ਪੂਰੀ ਡਿਵੀਜ਼ਨ ਦੇ ਵਿੱਚੋਂ, ਕਲੈਕਟਰ ਆਪਣੇ ਜ਼ਿਲ੍ਹੇ ਦੇ ਵਿੱਚੋਂ। सबसेक्शन 3 की कहा गया, देखो, इफ इन एनी केस इन विच ए कमिश्नर और कलेक्टर हैज कॉल्ड फॉर द रिकॉर्ड एंड ऑफ द ओपीनियन, जे लगता है कमिश्नर ने या कलैक्टर ने कोई रिकॉर्ड कॉल किया है, कोई फाइल मंगवाई है अपने केस अपनी कोर्ट दे विच, ते उन्हें लगता है भी जी ये प्रोसीडिंग चल रही ने या ऑर्डर पास होया है टेकन और ऑर्डर और डिक्री मेड शुड बी मोडिफाई और रिवर्स, जो ऑर्डर है या कोई डिक्री है ये मोडिफाई की जानी बनती है ਜਾਂ ਰਿਵਰਸ ਕੀਤੀ ਜਾਣੀ ਬਣਦੀ ਹੈ, ਜਿਹੜੀ ਕਿਸੇ ਲੋਅਰ ਕੋਰਟ ਵਿੱਚ ਚੱਲ ਰਿਹਾ ਕੇਸ ਹੈਗਾ। ਹੀ ਸ਼ੈਲ ਸਬਮਿਟ ਦਾ ਰਿਕਾਰਡ ਵਿਦ ਹਿਸ ਓਪੀਨੀਅਨ, ਤਾਂ ਕੀ ਹੋਏਗਾ, ਕਲੈਕਟਰ ਵੀ ਜਾਂ ਕਮਿਸ਼ਨਰ ਵੀ, ਜੇ ਉਹਨੂੰ ਲੱਗਦਾ ਉਹਨਾਂ ਦਾ ਓਪੀਨੀਅਨ ਦਿੰਦਾ ਹੈਗਾ ਵੀ ਇਹ ਜਿਹੜਾ ਆਰਡਰ ਕੀਤਾ ਗਿਆ ਗਲਤ ਕੀਤਾ ਗਿਆ, ਇਹ 'ਚ ਮੋਡੀਫਿਕੇਸ਼ਨ ਦੀ ਜ਼ਰੂਰਤ ਹੈਗੀ ਹੈ, ਤਾਂ ਆਪਣੀ ਰਿਪੋਰਟ ਬਣਾ ਕੇ ਜਿਹੜੀ ਉਹ ਫਾਈਲ ਹੈਗੀ ਉਹ ਐਫਸੀਆਰ ਕੋਲ ਭੇਜੀ ਜਾਂਦੀ ਹੈ। ਹੀ ਸ਼ੈਲ ਸਬਮਿਟ ਦਾ ਰਿਕਾਰਡ with his opinion on the case for the orders of the financial commissioner। financial commissioner ਦੇ order ਲਏ ਜਾਂਦੇ हैं। if after examining a record called for by himself, ਜਦ ਤੱਕ ਕਮਿਸ਼ਨਰ FCR ਨੇ ਰਿਕਾਰਡ ਆ ਮੰਗਾਇਆ ਹੋਵੇ ਜਾਂ FCR ਵੱਲੋਂ ਜਿਹੜਾ ਰਿਕਾਰਡ ਹੈਗਾ ਉਹ ਕਲੈਕਟਰ ਨੇ ਭੇਜਿਆ ਹੋਵੇ ਜਾਂ ਕਮਿਸ਼ਨਰ ਨੇ ਭੇਜਿਆ ਹੋਵੇ, ਜੇਕਰ ਲੱਗਦਾ ਹੈ FCR ਨੂੰ ਵੀ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਕਰਨ ਦੀ ਲੋੜ ਨਹੀਂ ਹੈਗੀ, ਤਾਂ ਉਹ ਇਦਾਂ ਦਾ ਜਿਹੜਾ ਆਰਡਰ ਹੈ ਪਾਸ ਕੀਤਾ ਜਾ ਸਕਦਾ ਹੈ। ਇਹ ਸਬਸੈਕਸ਼ਨ 4 'ਚ ਕਿਹਾ ਗਿਆ। पर सबसेक्शन 5 च की कहा गया, जे कि अफसर ਨੂੰ ਲੱਗਦਾ ਹੈ FCR ਨੂੰ ਵੀ ਹਾਂ ਇਹ ਜਿਹੜਾ ਮੇਰੇ ਕੋਲੇ ਮੈਂ ਰਿਕਾਰਡ ਮੰਗਵਾਇਆ ਸੀਗਾ ਜਾਂ ਮੇਰੇ ਕੋਲੋਂ ਮੇਰੇ ਪਾਸ ਜਿਹੜਾ ਰਿਕਾਰਡ ਸਬਮਿਟ ਰਿਪੋਰਟ ਹੋ ਕੇ ਆਇਆ, ਕਲੈਕਟਰ ਵੱਲੋਂ ਆਇਆ ਜਾਂ FCR ਵੱਲੋਂ ਕਮਿਸ਼ਨਰ ਵੱਲੋਂ ਆਇਆ ਹੈਗਾ, ਵੀ ਇਹਦੇ ਵਿੱਚ ਐਕਸਪੀਡੀਐਂਟ ਵੀ ਜ਼ਰੂਰਤ ਹੈਗੀ ਹੈ ਦਖਲਅੰਦਾਜ਼ੀ ਕਰਨ ਦੀ, ਠੀਕ ਹੈ। ਤਾਂ ਹੀ ਸ਼ੈਲ ਫਿਕਸ ਏ ਡੇ ਫਾਰ ਹੀਅਰਿੰਗ, ਤਾਂ FCR ਵੱਲੋਂ ਇੱਕ ਦਿਨ ਫਿਕਸ ਕੀਤਾ ਜਾਂਦਾ ਹੈ, डेट फिक्स की जाती है। हीयरिंग वास्ते पार्टियों को बुला के सुनाया जा सकता है, सुनने तो बाद पार्टियों को जो भी ऑर्डर ठीक समझता है FCR वालों किया जा सकता है, एक्सेप्ट वैन द फाइनेंशियल कमिश्नर। इतने कहा गया भी जी डेट फिक्स की गई है, सबसेक्शन 6 ਦੇ ਵਿੱਚ कहा गया भी जी डेट फिक्स की गई है उस डेट के मुताबिक ਜਿਹੜਾ केस है ਉਹਦੀ ਹੀਅਰਿੰग ਹੋ ਸਕਦੀ ਹੈ। ਅਦਰਵਾਈਜ਼ ਇਦਾਂ ਬਿਨਾ ਟਾਈਮ ਫਿਕਸ ਕੀਤੇ, ਜਿਵੇਂ ਅਦਾਲਤ ਵਿੱਚ ਮੁਕੱਦਮਾ ਚੱਲਦਾ, ਮੁਕੱਦਮੇ ਵਾਲੇ ਦਿਨ ਹੀ ਪਾਰਟੀਆਂ ਆ ਕੇ ਆਪਣੀ ਗੱਲ ਕਹਿ ਸਕਦੀਆਂ ਨੇ, ਅਦਰਵਾਈਜ਼ ਅੱਗੇ ਪਿੱਛੇ ਪਾਰਟੀਆਂ ਨੂੰ ਕੋਈ ਅਧਿਕਾਰ ਨਹੀਂ ਵੀ ਉਹ FCR ਦੇ ਪੇਸ਼ ਹੋ ਕੇ ਕੋਈ ਇਦਾਂ ਦੀ ਆਪਦੀ ਕਹਿਣ ਵੀ ਸਾਨੂੰ ਸੁਣਿਆ ਜਾਵੇ। ਨੈਕਸਟ ਹੈਗਾ ਪ੍ਰੋਸੀਜਰ ਸੈਕਸ਼ਨ 85, ਪ੍ਰੋਸੀਜਰ ਆਫ ਦਾ ਰੈਵਨਿਊ ਆਫੀਸਰਸ। ਸਾਡੇ ਕੋਲ ਸੈਕਸ਼ਨ 17 ਸੀਗਾ ਲੈਂਡ ਰੈਵਨਿਊ ਐਕਟ ਦੇ ਵਿੱਚ, ਪਾਵਰ ਟੂ ਮੇਕ ਰੂਲਸ। ਪ੍ਰੋਸੀਜਰ ਕੀ ਕਿਹਾ ਗਿਆ ਵੀ ਜਿੱਥੇ ਕਿਤੇ ਸਾਡੇ ਐਕਟ ਦੇ ਵਿੱਚ ਕੋਈ ਪ੍ਰੋਸੀਜਰ ਨਾ ਮਿਲੇ, ਕੋਈ ਪ੍ਰੋਸੀਜਰ ਨਾ ਮਿਲੇ, ਤਾਂ ਦ ਸਟੇਟ ਗਵਰਨਮੈਂਟ ਮੇ ਮੇਕ ਰੂਲਸ ਕੰਸਿਸਟੈਂਟ ਵਿਦ ਦ ਐਕਟ। ਤਾਂ ਸਰਕਾਰ ਇਹ ਜਿਹੜੀ ਹੈਗੀ ਹੈ ਉਹ ਐਕਟ ਦੇ ਨਾਲ ਮਿਲਦੇ ਜੁਲਦੇ, ਜਿਹੜੇ ਐਕਟ ਦੇ ਕੰਟਰਾਡਿਕਟਰੀ ਨਾ ਹੋਣ, ਠੀਕ ਹੈ, ਰੂਲ ਬਣਾਏ ਜਾ ਸਕਦੇ ਨੇ ਪ੍ਰੋਸੀਜਰ ਨੂੰ ਲੈ ਕੇ। ਜਿੱਥੇ ਕਿਤੇ ਜ਼ਰੂਰਤ ਪੈਂਦੀ ਹੈ ਤਾਂ ਰੂਲ ਬਣਾਇਆ ਜਾ ਸਕਦਾ ਗਵਰਨਮੈਂਟ ਵੱਲੋਂ। ਕਿਸ ਤਰ੍ਹਾਂ ਦੇ ਰੂਲ, ਜਿਵੇਂ ਕਿ ਮੋਡ ਆਫ ਇਨਫੋਰਸਿੰਗ ਆਰਡਰਸ ਆਫ ਦਾ ਐਜੈਕਟਮੈਂਟ ਦਾ ਜਿਹੜਾ ਆਰਡਰ ਹੈ ਉਹਨੂੰ ਲਾਗੂ ਕਰਨਾ ਹੈ, ਡਿਲੀਵਰੀ ਆਫ ਪੋਜੈਸ਼ਨ ਹੈ, ਇਮੂਵੇਬਲ ਪ੍ਰੋਪਰਟੀ ਦੀ ਕਬਜ਼ੇ ਦੀ ਕਾਰਵਾਈ ਦੀ ਗੱਲ ਕੀਤੀ ਗਈ ਹੈ, ਠੀਕ ਹੈ। ਇੱਦਾਂ ਦਾ ਜਿਹੜਾ ਵੀ ਕੇਸ, ਜੋ ਵੀ ਮੁਕੱਦਮੇ ਸਾਡੀ ਇਸ ਐਕਟ ਦੇ ਅਧੀਨ ਕਿਸੇ ਰੈਵਨਿਊ ਕੋਰਟ ਦੇ ਵਿੱਚ ਚੱਲਦੇ ਹੈਗੇ ਆ, ਉਹਦੇ ਸੰਬੰਧੀ ਜਿੱਥੇ ਕਿਤੇ ਪ੍ਰੋਸੀਜਰ ਦੀ ਕੋਈ ਕਮੀ ਆ ਜਾਂਦੀ ਹੈ ਤਾਂ ਜਿਹੜਾ ਪ੍ਰੋਸੀਜਰ ਨੂੰ
ਦੇ ਵਿੱਚ ਕੋਈ ਨਵੀਂ ਐਡੀਸ਼ਨ ਦੀ ਜ਼ਰੂਰਤ ਪੈਂਦੀ ਹੈ ਜਾਂ ਅਮੈਂਡਮੈਂਟ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਜਿਹੜੀ ਗਵਰਨਮੈਂਟ ਕੋਲੇ ਪਾਵਰ ਹੈਗੀਆਂ ਨੇ ਉਹ ਅਮੈਂਡਮੈਂਟ ਕੀਤੀ ਜਾ ਸਕਦੀ ਹੈ ਜਾਂ ਨਵਾਂ ਪ੍ਰੋਸੀਜਰ ਬਣਾਇਆ ਜਾ ਸਕਦਾ ਹੈ। Next is section 86. Person by whom appearance may be made before the revenue officers as such and not as a revenue court. ਕਿਹੜੇ ਵਿਅਕਤੀ ਜਿਹੜੇ ਹੈਗੇ ਨੇ ਪੇਸ਼ ਹੋ ਸਕਦੇ ਨੇ ਰੈਵਨਿਊ ਆਫੀਸਰਸ ਦੀ ਰੈਵਨਿਊ ਆਫੀਸਰ ਦੇ ਕਿਹੜੇ ਵਿਅਕਤੀਆਂ ਨੂੰ ਅਧਿਕਾਰ ਹੈਗਾ ਮੈਨੇ ਕੋਈ ਅਰਜੀ ਦੇਣੀ ਹੈ ਕੋਈ ਐਪਲੀਕੇਸ਼ਨ ਦੇਣੀ ਹੈ ਠੀਕ ਹੈ ਕੌਣ ਵਿਅਕਤੀ ਹੈਗੇ ਆ ਇਹਦੇ ਚ ਹੈਗਾ ਜਦ ਪਾਰਟੀਆਂ ਖੁਦ ਆ ਕੇ ਪੇਸ਼ ਹੋਣਗੀਆਂ ਰੈਵਨਿਊ ਆਫਿਸਰ ਦੀ ਕੋਈ ਅਰਜੀ ਦੇਣੀ ਹੈ ਕਿਸੇ ਨੇ ਕੋਈ ਐਪਲੀਕੇਸ਼ਨ ਦੇਣੀ ਹੈਗੀ appearances before a revenue officer as such and applications to an act to be done before him under this act may be made or done by the parties themselves ਖੁਦ ਆ ਕੇ ਜਾਂ ਫਿਰ ਉਹਨਾਂ ਦੇ ਕੋਈ ਰਿਕੋਗਨਾਈਜ਼ ਏਜੰਟ ਹੁੰਦੇ ਆ ਉਹਨੂੰ ਵੀ ਪਾਰਟੀਆਂ ਜਿਹੜੇ ਭੇਜ ਸਕਦੀਆਂ ਲੀਗਲ ਪ੍ਰੈਕਟੀਸ਼ਨਰ ਨੂੰ ਵੀ ਭੇਜ ਸਕਦੀਆਂ ਪਾਰਟੀਆਂ ਰੈਵਨਿਊ ਆਫਿਸਰ ਦੇ ਕੋਰਟ ਦੇ ਵਿੱਚ ਇੱਥੇ ਨਾਲ ਹੀ ਪ੍ਰੋਵੀਜ਼ਨ ਦਿੱਤੀ ਗਈ ਹੈ ਪਰ ਵੀ ਜੇਕਰ ਤੁਸੀਂ ਕਿਸੇ ਪਾਰਟੀ ਨੇ ਕੋਈ ਰਿਕੋਗਨਾਈਜ਼ ਏਜੰਟ ਜਾਂ ਕੋਈ ਲੀਗਲ ਪ੍ਰੈਕਟੀਸ਼ਨਰ ਕਰ ਲਿਆ ਹੈਗਾ ਤਾਂ ਉਹ ਪ੍ਰੀਕਲੂਡ ਨਹੀਂ ਕਰਦਾ ਜੇ ਪਰਸਨਲ ਅਟੈਂਡੈਂਸ ਚਾਹੀਦੀ ਹੈ ਰੈਵਨਿਊ ਆਫਿਸਰ ਨੂੰ ਤਾਂ ਇਹ ਨਹੀਂ ਕਹਿ ਸਕਦੀ ਪਾਰਟੀ ਵੀ ਮੈਂ ਹਾਜ਼ਰ ਖੁਦ ਨਹੀਂ ਆ ਸਕਦਾ ਮੈਂ ਤਾਂ ਵਕੀਲ ਅਗੇਂਜ ਕੀਤਾ ਹੋਇਆ ਹੈਗਾ ਨਹੀਂ ਇੱਥੇ ਪ੍ਰੋਵੀਜ਼ਨ ਦਿੱਤੀ ਗਈ ਹੈ ਵੀ ਜੇਕਰ ਰੈਵਨਿਊ ਆਫਿਸਰ ਚਾਹੇ ਤਾਂ ਪਾਰਟੀਆਂ ਨੂੰ ਪਰਸਨਲ ਪੇਸ਼ ਹੋਣ ਦੇ ਲਈ ਵੀ ਬੁਲਾਇਆ ਜਾ ਸਕਦਾ ਹੈ। ਰਿਕੋਗਨਾਈਜ਼ ਏਜੰਟ ਕੌਣ ਹੋ ਸਕਦੇ ਹੈ ਜੋ ਨੋਟੀਫਿਕੇਸ਼ਨ ਸਟੇਟ ਗਵਰਨਮੈਂਟ ਵੱਲੋਂ ਪਾਸ ਕੀਤਾ ਜਾਂਦਾ ਵੀ ਕਿਹੜੇ ਵਿਅਕਤੀ ਇਹਦੇ ਇੱਕ ਰਿਕੋਗਨਾਈਜ਼ ਏਜੰਟ ਹੋ ਸਕਦੇ ਹੈ ਥਰਡ ਚ ਹੈਗਾ ਦਾ ਫੀ ਆਫ ਏ ਲੀਗਲ ਪ੍ਰੈਕਟੀਸ਼ਨਰ ਜਿਹੜੀ ਕਾਸਟਾਂ ਪਾਈਆਂ ਜਾਂਦੀਆਂ ਰੈਵਨਿਊ ਕੋਰਟਾਂ ਵੱਲੋਂ ਜਿਹੜੀ ਲੀਗਲ ਪ੍ਰੈਕਟੀਸ਼ਨਰ ਦੀ ਜਿਹੜੀ ਫੀਸ ਹੈਗੀ ਆ ਉਹ ਇਹਦੇ ਚ ਇਨਕਲੂਡ ਨਹੀਂ ਕੀਤੀ ਜਾਂਦੀ। ਨੈਕਸਟ ਹੈਗਾ ਸੈਕਸ਼ਨ 87 ਕਾਸਟ ਰੈਵਨਿਊ ਆਫਿਸਰ ਮੇ ਗਿਵ ਐਂਡ ਪੋਰਸ਼ਨ ਰੈਵਨਿਊ ਆਫਿਸਰ ਕੋਲ ਅਧਿਕਾਰ ਹੈਗਾ ਵੀ ਕਿਹੜੀ ਪਾਰਟੀ ਨੂੰ ਜਿਹੜੀ ਕਾਸਟ ਪਾਈ ਜਾਂਦੀ ਹੈ ਕੋਈ 50-50 ਪਾਈ ਜਾਂਦੀ ਹੈ ਜਾਂ ਕੱਲੀ ਪਲੈਂਟਿਵ ਨੂੰ ਪਾਈ ਜਾਂਦੀ ਹੈ ਜਾਂ ਕੱਲੇ ਡਿਫੈਂਡੈਂਟ ਨੂੰ ਪਾਈ ਜਾਂਦੀ ਹੈ ਜਿਵੇਂ ਵੀ ਠੀਕ ਲੱਗਦਾ ਹੈਗਾ ਰੈਵਨਿਊ ਕੋਰਟ ਫੈਸਲਾ ਕਰ ਸਕਦੀ ਹੈ ਉਹ ਆਰਡਰ 'ਚ ਲਿਖਿਆ ਜਾਂਦਾ ਹੈ। ਦੈਨ ਹੈਗਾ 88 ਪ੍ਰੋਸੀਜਰ ਆਫ ਦਾ ਰੈਵਨਿਊ ਕੋਰਟਸ ਉੱਪਰ ਰੈਵਨਿਊ ਆਫਿਸਰ ਦੀ ਗੱਲ ਕੀਤੀ ਗਈ ਸੀਗੀ ਇੱਥੇ ਰੈਵਨਿਊ ਕੋਰਟ ਦੀ ਗੱਲ ਕਰ ਰਹੇ ਹਾਂ। ਦ ਸਟੇਟ ਗਵਰਨਮੈਂਟ ਮੇ ਮੇਕ ਰੂਲਸ ਉਹੀ ਗੱਲ ਆ ਗਈ ਜਿੱਥੇ ਕਿਤੇ ਪ੍ਰੋਸੀਜਰ ਦੀ ਜ਼ਰੂਰਤ ਹੁੰਦੀ ਹੈ ਰੈਵਨਿਊ ਕੋਰਟ ਦੇ ਵਿੱਚ ਕਿਤੇ ਪ੍ਰੋਸੀਜਰ ਦੀ ਕੋਈ ਕਮੀ ਆ ਜਾਂਦੀ ਹੈ ਤਾਂ ਸਰਕਾਰ ਕੋਲੇ ਜਿਹੜੇ ਹੈਗੇ ਨੇ ਪ੍ਰੋਸੀਜਰ ਨੂੰ ਬਣਾਉਣ ਦੀਆਂ ਅਮੈਂਡਮੈਂਟ ਕਰਨ ਦੀਆਂ ਪਾਵਰਸ ਹੈਗੀਆਂ ਨੇ ਵੈਨ ਪ੍ਰੋਸੀਜਰ ਨਾਟ ਗਿਵਨ ਇਨ ਦਿਸ ਐਕਟ। ਫਿਰ ਸਬਸੈਕਸ਼ਨ 2 ਚ ਕਿਹਾ ਗਿਆ ਵੀ ਜਦੋਂ ਤੱਕ ਕੋਈ ਨਵਾਂ ਪ੍ਰੋਸੀਜਰ ਨਹੀਂ ਬਣ ਜਾਂਦਾ ਠੀਕ ਹੈ ਤਾਂ ਸੀਪੀਸੀ ਦੀ ਗੱਲ ਕੀਤੀ ਗਈ ਹੈ until rules are made under subsection 1 and subject to those CPC civil procedure code shall be applicable all the proceedings in the revenue courts ਜਿੱਥੇ ਕਿਤੇ ਰੈਵਨਿਊ ਜਿਹੜਾ ਇਹ ਐਕਟ ਹੈਗਾ ਪੰਜਾਬ ਟੈਨੈਂਸੀ ਐਕਟ ਹੈਗਾ ਪੰਜਾਬ ਟੈਨੈਂਸੀ ਐਕਟ ਦੇ ਵਿੱਚ ਕਿਤੇ ਪ੍ਰੋਸੀਜਰ ਦੀ ਕੋਈ ਕਮੀ ਆ ਜਾਂਦੀ ਹੈ ਠੀਕ ਹੈ ਤਾਂ ਜੇ ਕਮੀ ਨੂੰ ਦੂਰ ਕਰਾਉਣ ਦੀ ਖਾਤਰ ਕੋਈ ਕੇਸ ਦੀ ਜਿਹੜੀ ਪੈਰਵਾਈ ਅੱਗੇ ਰੂਲਾਂ 'ਚ ਕੋਈ ਅਮੈਂਡਮੈਂਟ ਕੀਤੀ ਪ੍ਰੋਸੀਜਰ 'ਚ ਕੋਈ ਅਮੈਂਡਮੈਂਟ ਕੀਤੀ ਜਾਣ ਦੇ ਸੰਬੰਧੀ ਕੋਈ ਪ੍ਰੋਸੀਜਰ ਅਡਾਪਟ ਕੀਤਾ ਜਾਣਾ ਹੈ ਪਰ ਅਜੇ ਉਹ ਪ੍ਰੋਪਰ ਜਿਹੜਾ ਹੈਗਾ ਉਹਦੇ ਟਾਈਮ ਲੱਗ ਰਿਹਾ ਹੈ ਪ੍ਰੋਸੀਜਰ ਦੇ ਵਿੱਚ ਕੋਈ ਐਡੀਸ਼ਨ ਵਗੈਰਾ ਨਹੀਂ ਹੋਈ ਜਾਂ ਅਮੈਂਡਮੈਂਟ ਵਗੈਰਾ ਨਹੀਂ ਹੋਈ ਫਰਦਰ ਟਾਈਮ ਬਿੰਗ ਜਿਹੜਾ ਹੈਗਾ ਤੁਸੀਂ ਜਿਹੜਾ ਸੀਪੀਸੀ ਸਾਡੇ ਤੇ ਲਾਗੂ ਹੋ ਜਾਂਦੀ ਹੈ ਵੀ ਅਸੀਂ ਸੀਪੀਸੀ ਦੇ ਵਿੱਚ ਜੋ ਪ੍ਰੋਸੀਜਰ ਦਿੱਤਾ ਗਿਆ ਉਸ ਪ੍ਰੋਸੀਜਰ ਨੂੰ ਫੋਲੋ ਕਰਨਾ ਹੁੰਦਾ ਹੈ। ਫਾਈਨੈਂਸ਼ੀਅਲ ਕਮਿਸ਼ਨਰ ਸ਼ੈਲ ਬੀ ਦਾ ਡੀਮ ਟੂ ਬੀ ਦਾ ਹਾਈ ਕੋਰਟ ਇੱਥੇ ਕਿਹਾ ਗਿਆ ਵੀ ਸਬਸੈਕਸ਼ਨ 2 ਦੀ ਕਲੌਜ਼ B ਹੈ ਇੱਥੇ ਜਿਹੜੀਆਂ ਪਾਵਰ ਦਿੱਤੀਆਂ ਗਈਆਂ ਨੇ ਜਿਵੇਂ ਫਾਈਨੈਂਸ਼ੀਅਲ ਕਮਿਸ਼ਨ ਨੂੰ ਜਿਹੜੀਆਂ ਪਾਵਰ ਦਿੱਤੀਆਂ ਡੀਮ ਟੂ ਬੀ ਦਾ ਹਾਈ ਕੋਰਟ ਦੇ ਬਰਾਬਰ ਦੀ ਤਰ੍ਹਾਂ ਡੀਮ ਕੀਤਾ ਜਾਂਦਾ ਹੈਗਾ ਵੀ ਹਾਈ ਕੋਰਟ ਦੀਆਂ ਪਾਵਰਸ ਜਿਹੜੀਆਂ ਹੈਗੀਆਂ ਨੇ ਉਹ ਐਫਸੀਆਰ ਕੋਲੇ ਹੁੰਦੀਆਂ ਨੇ। ਸੈਕਸ਼ਨ 89 power of the revenue officers or revenue courts to summon persons revenue officer ਕੋਲੇ revenue court ਕੋਲੇ ਕਿਸੇ ਵਿਅਕਤੀ ਨੂੰ ਜਿਵੇਂ ਸੈਕਸ਼ਨ ਸਾਡੀ ਲੈਂਡ ਰੈਵਨਿਊ ਐਕਟ ਦੀ ਸੈਕਸ਼ਨ 19 ਹੈਗੀ ਹੈ ਆਪਾਂ ਪਹਿਲਾਂ ਪੜ੍ਹ ਕੇ ਗਏ ਹਾਂ ਉਹਦੇ ਚ 19 ਸੈਕਸ਼ਨ 'ਚ ਦੱਸਿਆ ਗਿਆ ਵੀ ਰੈਵਨਿਊ ਆਫਿਸਰ ਕੋਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਕੇਸ ਦੇ ਸੰਬੰਧ ਵਿੱਚ ਕਿਸੇ ਐਪਲੀਕੇਸ਼ਨ ਦੇ ਸੰਬੰਧ ਵਿੱਚ ਸਮਨ ਕਰਨ ਦੀ ਜਿਹੜੀ ਪਾਵਰ ਦਿੱਤੀ ਗਈ ਹੈ ਇਹ ਪਰਸਨ ਸੋ ਸਮਨਡ ਜਦੋਂ ਵੀ ਕਿਸੇ ਵਿਅਕਤੀ ਨੂੰ ਬੁਲਾਇਆ ਜਾਂਦਾ ਹੈ ਤਾਂ ਸੋ ਅਲਾਉਸ ਬਾਈ ਹਿਜ਼ ਰਿਕੋਗਨਾਈਜ਼ਡ ਏਜੰਟ ਜਾਂ ਤਾਂ ਉਹਨੂੰ ਆਪ ਬੁਲਾਇਆ ਜਾਂਦਾ ਹੈ ਜਾਂ ਉਹ ਆਪਦਾ ਕਿਸੇ ਵਕੀਲ ਨੂੰ ਭੇਜ ਸਕਦਾ ਹੈ ਕਿਸੇ ਰਿਕੋਗਨਾਈਜ਼ਡ ਏਜੰਟ ਨੂੰ ਵੀ ਭੇਜ ਸਕਦਾ ਹੈਗਾ ਜੇਕਰ ਉਹਦੀ ਪਰਸਨਲ ਅਪੀਅਰੈਂਸ ਨਾ ਮੰਗੀ ਗਈ ਹੋਵੇ ਤਾਂ ਪਰਸਨ ਅਟੈਂਡਿੰਗ ਇਨ ਓਬੀਡੀਐਂਸ
ਸ਼ੈਲ ਬੀ ਬਾਉਂਡ, ਜਿਸ ਕਿਸੇ ਵਿਅਕਤੀ ਨੂੰ ਸਮਨ ਭੇਜ ਕੇ ਬੁਲਾਇਆ ਜਾਂਦਾ ਕਿਸੇ ਰੈਵਨਿਊ ਆਫਿਸਰ ਵੱਲੋਂ ਜਾਂ ਰੈਵਨਿਊ ਕੋਰਟ ਵੱਲੋਂ, ਤਾਂ ਜਿਹੜਾ ਵਿਅਕਤੀ ਹੈਗਾ ਉਹ ਬਾਉਂਡ ਹੈਗਾ ਸਟੇਟ ਦਾ ਟਰੂਥ, ਸੱਚ ਕਹਿਣ ਦੇ ਲਈ, ਆਪਣੀ ਸਟੇਟਮੈਂਟ ਦੇਣ ਦੇ ਲਈ, ਸੱਚ ਕਹਿਣ ਦੇ ਲਈ, ਤੇ ਜੋ ਕੋਈ ਵੀ ਉਸ ਤੋਂ ਡਾਕੂਮੈਂਟ ਮੰਗੇ ਜਾਂਦੇ ਆ ਉਹ ਡਾਕੂਮੈਂਟ ਸਬਮਿਟ ਕਰਨ ਦੇ ਲਈ। ਨੈਕਸਟ ਹੈਗਾ ਸੈਕਸ਼ਨ 90 ਮੋਡ ਆਫ ਸਰਵਿਸ ਆਫ ਸਮਨ। ਅਸੀਂ ਪਹਿਲਾਂ ਬਹੁਤ ਡਿਟੇਲ 'ਚ ਪੜ੍ਹਿਆ ਸੀ ਲੈਂਡ ਰੈਵਨਿਊ ਐਕਟ ਦੀ ਸੈਕਸ਼ਨ 20 ਅਸੀਂ ਪੜ੍ਹੀ ਸੀਗੀ। ਇਹ ਸੇਮ ਹੀ ਪ੍ਰੋਸੈਸ ਹੈਗਾ ਵੀ ਸਮਨਿੰਗ ਕਿਵੇਂ ਕਰਾਈ ਜਾਂਦੀ ਹੈ। ਸਭ ਤੋਂ ਪਹਿਲਾਂ ਜਿਹੜੀ ਸਮਨਿੰਗ ਹੁੰਦੀ ਹੈ ਪਰਸਨਲੀ ਹੁੰਦੀ ਹੈ, ਠੀਕ ਹੈ। ਜੇ ਪਰਸਨਲੀ ਬੰਦਾ ਨਹੀਂ ਮਿਲਦਾ ਤਾਂ ਉਸ ਫੈਮਿਲੀ ਦੇ, ਤੁਹਾਡੀ ਇਸ ਬੁੱਕ ਦੇ ਵਿੱਚ ਕਿਤੇ ਮੇਲ ਮੈਂਬਰ ਲਿਖਿਆ ਉਹ ਮੇਲ ਕੱਟ ਦਿਓ, ਇੱਥੇ ਜਿਹੜਾ ਮੇਲ ਦੀ ਥਾਂ ਤੇ ਹੁਣ ਮੇਲ ਫੀਮੇਲ ਕੋਈ ਵੀ ਹੋਵੇ ਅਡਲਟ ਮੈਂਬਰ ਹੋਣਾ ਚਾਹੀਦਾ ਹੈ, ਜਾਂ ਕੋਈ ਰਿਕੋਗਨਾਈਜ਼ ਏਜੰਟ ਹੋ ਸਕਦਾ ਹੈ ਫੈਮਿਲੀ ਦੇ ਵਿੱਚ, ਉਸ ਵਿਅਕਤੀ ਨੇ ਕੋਈ ਏਜੰਟ ਨਿਯੁਕਤ ਕੀਤਾ ਹੋਵੇ, ਜਾਂ ਉਸ ਫੈਮਿਲੀ ਦੇ ਵਿੱਚ ਕੋਈ ਮੈਂਬਰ ਅਡਲਟ ਹੋਵੇ, ਮੇਲ ਹੋਵੇ ਚਾਹੇ ਫੀਮੇਲ ਹੋਵੇ, ਉਹਨੂੰ ਵੀ ਸਮਨਿੰਗ ਕਰਾਈ ਜਾ ਸਕਦੀ ਹੈ, ਠੀਕ ਹੈ। ਜੇ ਕੋਈ ਸਮਨ ਲੈਣ ਤੋਂ ਕੋਈ ਵੀ ਇਨਕਾਰੀ ਕਰਦਾ ਹੈ ਫਿਰ ਕੀ ਹੁੰਦਾ ਹੈ, ਅਸੀਂ ਸਬ ਸੈਕਸ਼ਨ 2 'ਚ ਕਿਹਾ ਗਿਆ ਵੀ ਉਹਦੀ ਚਸ਼ਪਾਨੀ ਕਰਵਾ ਸਕਦੇ ਹਾਂ। ਵੱਖਰਾ ਆਰਡਰ ਕਰਕੇ ਰੈਵਨਿਊ ਆਫਿਸਰ ਹੈ ਜਿਹੜੀ ਚਸ਼ਪਾ ਕਰਵਾ ਸਕਦਾ ਕਿਸੇ ਦੀਵਾਰ ਦੇ ਉੱਪਰ, ਜਿਹੜਾ ਜਿਸ ਨੂੰ ਸਮਨਿੰਗ ਭੇਜੀ ਜਾਣੀ ਆ ਉਹਦੀ ਦੀਵਾਰ ਦੇ ਉੱਪਰ, ਦਰਵਾਜ਼ੇ ਦੇ ਉੱਪਰ ਜਿਹੜੀ ਚਸ਼ਪਾਨਗੀ ਕਰਾਈ ਜਾਂਦੀ ਹੈ, ਜਾਂ ਕਿਸੇ ਸਾਂਝੀ ਜਗ੍ਹਾ ਦੇ ਉੱਪਰ ਚਸ਼ਪਾਨਗੀ ਕਰਾਈ ਜਾਂਦੀ ਹੈ ਜਿੱਥੇ ਉਹ ਵਿਅਕਤੀ ਰਹਿੰਦਾ ਹੋਵੇ, ਜਾਂ ਜਿੱਥੇ ਕੋਈ ਲੈਂਡ ਫਾਲ ਕਰਦੀ ਉਸ ਲੈਂਡ ਦੇ ਆਸ-ਪਾਸ ਵੀ ਚਸ਼ਪਾਨਗੀ ਕਰਾਈ ਜਾ ਸਕਦੀ ਹੈ, ਠੀਕ ਹੈ। ਜੇਕਰ ਫਿਰ ਵੀ ਕੋਈ ਵਿਅਕਤੀ ਜਿਹੜਾ ਕੰਸਰਨ ਪਰਸਨ ਹੈ ਨਹੀਂ ਆਉਂਦਾ ਕੋਰਟ ਦੇ ਵਿੱਚ, ਤਾਂ ਜਿਹੜੀ ਹੈਗੀ ਹੈ ਮੁਨਾਦੀ ਕਰਾਈ ਜਾਂਦੀ ਹੈ, ਮੁਨਾਦੀ ਕਰਵਾਈ ਜਾਂਦੀ ਹੈ। ਸਬ ਸੈਕਸ਼ਨ 3 'ਚ ਕਿਹਾ ਗਿਆ ਮੁਨਾਦੀ ਦਾ ਤਰੀਕਾ ਆਪ ਨੂੰ ਸਾਰਿਆਂ ਨੂੰ ਪਤਾ ਹੀ ਹੈਗਾ, ਬਾਈ ਬੀਟ ਆਫ ਡਰਮ, ਕਸਟਮਰੀ ਲਾਅ ਹੈਗਾ, ਪਿੱਪਲ ਖੜਕਾ ਕੇ ਢੋਲ ਵਜਾ ਕੇ ਜਿਹੜੀ ਮੁਨਾਦੀ ਕਰਾਈ ਜਾਂਦੀ ਹੈ, ਠੀਕ ਹੈ। ਜਾਂ ਫਿਰ ਸਬ ਸੈਕਸ਼ਨ 4 'ਚ ਕਿਹਾ ਗਿਆ ਬਾਈ ਪੋਸਟ, ਡਾਕ ਰਾਹੀਂ ਵੀ ਤੁਸੀਂ ਉਸਨੂੰ ਸਮਨ ਭੇਜ ਸਕਦੇ ਹੋ। 5 ਸੈਕਸ਼ਨ 'ਚ ਕਿਹਾ ਗਿਆ ਵੀ ਜੇਕਰ ਸਮਨ ਤੁਹਾਡੇ ਕੋਲ ਵਾਪਸ ਮੁੜ ਕੇ ਨਹੀਂ ਆਉਂਦੇ, ਤੁਸੀਂ ਵਿਦ ਰਜਿਸਟਰਡ ਪੋਸਟ ਰਾਹੀਂ ਸਮਨ ਭੇਜੇ ਗਏ ਨੇ, ਤਾਂ ਇਟ ਇਜ਼ ਟੂ ਬੀ ਪ੍ਰਜ਼ੂਮਡ ਵੀ ਉਹਦੀ ਸਮਨਿੰਗ ਪ੍ਰੋਪਰ ਹੋ ਚੁੱਕੀ ਹੈ। ਪਰ ਹੁਣ ਇਹਦੇ ਵਿੱਚ ਹੁਣ ਸੈਕਸ਼ਨ, ਇਹ ਐਕਟ ਪੁਰਾਣਾ ਹੈ ਬਹੁਤ ਜ਼ਿਆਦਾ, ਹੁਣ ਸਰਵਿਸ ਆਫ ਸਮਨਿੰਗ ਦੀਆਂ ਬਹੁਤ ਸਾਰੀਆਂ ਐਡੀਸ਼ਨਸ ਨਵੀਆਂ ਵਿੱਚ ਐਡ ਹੋ ਚੁੱਕੀਆਂ ਨੇ, ਜਿਵੇਂ ਕਿ ਬਾਏ ਈਮੇਲ ਸਮਨਿੰਗ ਕਰਾ ਸਕਦੇ ਹਾਂ, ਬਾਏ ਬਹੁਤ ਸਾਰੇ ਜਿਹੜੇ ਤਰੀਕੇ ਹੈਗੇ ਆ। ਫੋਰਨ ਕੰਟਰੀ ਦੇ ਵਿੱਚ ਵੀ ਸਮਨਿੰਗ ਕੀਤੀ ਜਾ ਸਕਦੀ ਹੈ ਬਾਏ ਮੇਲ, ਇਲੈਕਟ੍ਰੋਨਿਕ ਸਿਸਟਮ ਦੇ ਰਾਹੀਂ ਜਿਹੜੀ ਹੈਗੀ ਨਵੇਂ ਜਿਹੜੇ ਢੰਗ ਤਰੀਕੇ ਸਾਡੇ ਕੋਲ ਆ ਚੁੱਕੇ ਨੇ, ਅਸੀਂ ਮੈਸੇਜ ਵੀ ਕਰ ਸਕਦੇ ਹਾਂ, ਠੀਕ ਹੈ, ਮੇਲ ਵੀ ਕਰ ਸਕਦੇ ਹਾਂ। ਨੈਕਸਟ ਚਲੋ ਜੀ ਸਰ, ਜਿਵੇਂ ਅੱਜ ਕੱਲ, ਸੌਰੀ ਸਰ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਜਿਵੇਂ ਅੱਜ ਕੱਲ WhatsApp ਹੈਗਾ ਜੀ, ਜਿਵੇਂ ਫੋਨ ਤੇ ਕਿਸੇ ਨੰਬਰ ਕੋਈ ਅਵੇਲੇਬਲ ਹੈਗਾ, ਫੋਨ ਤੇ ਜਿਹੜਾ ਆਪਾਂ WhatsApp ਕਰਦੇ ਹਾਂ ਉਹ ਵੀ ਮੈਸੇਜ ਮੰਨਿਆ ਜਾਊਗਾ ਜੀ, ਉਹ ਵੀ ਨੋਟਸ ਮੰਨਿਆ ਜਾਊਗਾ? ਬਿਲਕੁਲ ਮੰਨਿਆ ਜਾਂਦਾ ਜੀ, ਹਾਂ, ਬਿਲਕੁਲ ਮੰਨਿਆ ਜਾਂਦਾ ਹੈ। ਠੀਕ ਹੈ ਜੀ, ਠੀਕ ਹੈ ਸਰ। ਸਮਨ ਜਿਹੜੀਆਂ ਨਵੀਆਂ ਹਦਾਇਤਾਂ ਨੇ ਤੁਸੀਂ ਉਹ ਦੇਖ ਸਕਦੇ ਹੋ। ਸੈਕਸ਼ਨ 20 ਜਿਹੜਾ ਹੈਗਾ ਉਹ 'ਚ ਵੀ ਅਮੈਂਡਮੈਂਟ ਹੋ ਚੁੱਕੀ ਹੈ। ਇਸ ਤਰ੍ਹਾਂ CPC 'ਚ ਵੀ ਅਮੈਂਡਮੈਂਟ ਹੋ ਚੁੱਕੀ ਹੈ ਮੋਡ ਆਫ ਸਰਵਿਸ ਆਫ ਸਮਨ ਨੂੰ ਲੈ ਕੇ। ਅਰੇ ਜਿਹੜਾ ਕੁਐਸਚਨ ਹੈ ਤੁਹਾਨੂੰ ਪੇਪਰ 'ਚ ਵੀ ਆਉਂਦਾ ਹੈ ਜੀ। ਹਾਂ, ਥੈਂਕ ਯੂ ਸਰ। ਹਾਂ, ਉੱਪਰ ਆਪਾਂ ਨੋਟਸ ਦੀ ਗੱਲ ਕੀਤੀ ਸੀਗੀ। ਹਾਂਜੀ। ਨੈਕਸਟ ਹੈਗਾ ਸੈਕਸ਼ਨ 91 ਮੋਡ ਆਫ ਸਰਵਿਸ ਆਫ ਨੋਟਿਸ, ਆਰਡਰ ਔਰ ਪ੍ਰੋਕਲੇਮੇਸ਼ਨ ਆਫ ਕਾਪੀ ਦੇਅਰ ਆਫ। ਕੋਈ ਅੱਗੇ ਆਰਡਰ ਦੀ ਕਾਪੀ ਭੇਜਣੀ ਹੈ ਕਿਸੇ ਨੂੰ, ਇਕੁਅਲ ਟੂ ਸਮਨ। ਦੇਖੋ ਸਮਨ ਤੇ ਨੋਟਿਸ ਥੋੜਾ ਫਰਕ ਦੱਸਿਆ ਗਿਆ ਹੈ, ਸੇਮ ਹੀ ਪ੍ਰੋਸੈਸ ਹੈ। ਕੋਈ ਆਰਡਰ ਦੀ ਕਾਪੀ ਕਿਸੇ ਨੂੰ ਭੇਜਣੀ ਹੈ, ਕਿਸੇ ਦੇ ਖਿਲਾਫ ਕੋਈ ਆਰਡਰ ਪਾਸ ਹੋ ਗਿਆ, ਉਸ ਬੰਦੇ ਨੂੰ ਆਰਡਰ ਤੁਸੀਂ ਜ਼ਾਹਰ ਕਰਨਾ ਵੀ ਤੇਰੇ ਖਿਲਾਫ ਆਰਡਰ ਪਾਸ ਹੋ ਚੁੱਕਿਆ, ਠੀਕ ਹੈ। ਐਦਾਂ ਦੀ ਕੋਈ ਕਾਪੀ ਕਿਸੇ ਵਿਅਕਤੀ ਨੂੰ ਭੇਜਣੀ ਹੈ ਤਾਂ ਉਹਦਾ ਪ੍ਰੋਸੈਸ ਵੀ ਉਹੀ ਹੈ ਸੇਮ ਜਿਵੇਂ ਸਮਨਿੰਗ ਦਾ ਪ੍ਰੋਸੈਸ ਹੈਗਾ। ਇਹ ਸੈਕਸ਼ਨ 91 ਕਹਿੰਦਾ ਹੈ। ਅੱਗੇ ਸੈਕਸ਼ਨ 92 'ਚ ਕੀ ਕਿਹਾ, ਐਡੀਸ਼ਨਲ ਮੋਡ ਆਫ ਪਬਲਿਸ਼ਿੰਗ ਪ੍ਰੋਕਲੇਮੇਸ਼ਨ। ਪ੍ਰੋਕਲੇਮੇਸ਼ਨ ਕਿਵੇਂ ਕੀਤੀ ਜਾਂਦੀ ਹੈ ਉਹ ਆਪਾਂ ਨੂੰ ਪਤਾ ਹੀ ਹੈ, ਬਾਈ ਬੀਟ ਆਫ ਡਰਮ, ਕਸਟਮਰੀ ਜਿਹੜਾ ਸਾਡਾ ਮੈਥਡ ਹੈਗਾ, ਲਾਅ ਹੈਗਾ, ਢੋਲ ਵਜਾ ਕੇ, ਪੀਪਾ ਖੜਕਾ ਕੇ, ਜਿਵੇਂ ਅੱਜ ਦੀ ਡੇਟ ਦੇ ਵਿੱਚ ਅਸੀਂ ਕਿਸੇ ਸਪੀਕਰ ਦੇ ਰਾਹੀਂ ਜਿਹੜੀ ਮੁਨਾਦੀ ਵਗੈਰਾ ਕਰਵਾ ਸਕਦੇ ਹਾਂ, ਠੀਕ ਹੈ। ਨੈਕਸਟ ਹੈਗਾ ਸੈਕਸ਼ਨ 93 jointer of tenants as parties to the proceedings relating to rent. jointer of tenants as parties to the proceedings, ਕੋਈ proceeding ਚੱਲ ਰਹੀ ਹੈ ਕਿ ਤੋਂ ਰੈਂਟ ਲੈਣ ਦੀ ਗੱਲ ਕੀਤੀ ਗਈ ਹੈ, ਠੀਕ ਹੈ। jointer of tenants ਨੂੰ ਜੁਆਇਨ ਕਰਨਾ ਹੈਗਾ। tenants ਇੱਕ ਜਾਂ ਦੋ ਹੈ, ਜਾਂ ਕੋਈ tenants ਹੈਗਾ ਜਿਹੜਾ ਉਹ ਜੁਆਇਨ ਨਹੀਂ ਕੀਤਾ ਗਿਆ ਐਪਲੀਕੇਸ਼ਨ ਦੇ ਵਿੱਚ, ਵੀ ਮੇਡ ਪਾਰਟੀਜ਼ ਟੂ ਐਨੀ ਪ੍ਰੋਸੀਡਿੰਗ ਅੰਡਰ ਚੈਪਟਰ 3, ਉਹਨੂੰ ਪਾਰਟੀ ਬਣਾਇਆ ਜਾ ਸਕਦਾ ਹੈ, ਜੁਆਇਨ ਕੀਤਾ ਜਾ ਸਕਦਾ ਹੈ। ਫਿਰ party decree or order shall not be made in any such proceeding
unless the revenue officer or revenue court is satisfied that all the parties there to have had an opportunity of hearing। ਜਦੋਂ ਤੱਕ ਕਿ ਰੈਵਨਿਊ ਆਫਿਸਰ ਨੂੰ ਲੱਗਦਾ ਵੀ ਕਿਸੇ ਵੀ ਪਾਰਟੀ ਨੂੰ ਸੁਣਨ ਦਾ ਪ੍ਰੋਪਰ ਮੌਕਾ ਨਹੀਂ ਮਿਲਿਆ, ਠੀਕ ਹੈ, ਤਾਂ ਜਿਹੜਾ ਕੋਈ ਵੀ ਆਰਡਰ ਹੈਗਾ ਉਹ ਪਾਸ ਨਹੀਂ ਕੀਤਾ ਜਾਂਦਾ। A decree or order made in any such proceeding shall specify the extent to which each of the tenant is affected thereby। ਦੇਖੋ ਕੋਈ ਡਿਗਰੀ ਕੋਈ ਆਰਡਰ ਪਾਸ ਕੀਤਾ ਜਾਂਦਾ ਹੈ, ਕਿਸੇ ਟੈਨੈਂਟ ਦੇ ਖਿਲਾਫ ਪਾਸ ਕੀਤਾ ਜਾਂਦਾ ਹੈ, ਉਹਨੂੰ 1/3 ਰਾਈਟ ਹੁੰਦਾ ਹੈ। ਕੋਈ ਰੈਂਟ ਪਾਸ ਡਿਗਰੀ ਪਾਸ ਹੋ ਗਈ 50,000 ਰੁਪਏ ਦੀ, ਉਹ 'ਚ ਸਪੈਸੀਫਾਈ ਕਰਨਾ ਹੁੰਦਾ ਵੀ ਕਿਹੜੇ ਟੈਨੈਂਟ ਨੇ ਕਿੰਨੇ ਪੈਸੇ ਦੇਣੇ ਨੇ, ਕਿਹੜੇ ਟੈਨੈਂਟ ਨੇ ਕਿੰਨੇ ਪੈਸੇ ਦੇਣੇ, ਕਿਸੇ ਨੇ 1/3 ਦੇਣੇ, ਕਿਸੇ ਨੇ 2/3 ਦੇਣੇ, ਕਿਸੇ ਨੇ 50-50 ਦੇਣੇ। ਇਹ ਇਹਦੇ ਵਿੱਚ ਕਿਹਾ ਗਿਆ ਹੈਗਾ, ਪਰਸੈਂਟੇਜ ਫਿਕਸ ਕੀਤੀ ਜਾਂਦੀ ਹੈ ਕੋਰਟ ਵੱਲੋਂ। ਨੈਕਸਟ ਹੈ ਸੈਕਸ਼ਨ 94, ਐਕਸੈਪਸ਼ਨ ਆਫ ਸੂਟ ਅੰਡਰ ਦਿਸ ਐਕਟ ਫਰੋਮ ਆਪਰੇਸ਼ਨ ਆਫ ਸਰਟਨ enactments। ਉੱਥੇ ਕਿਹਾ ਗਿਆ ਵੀ ਸੀਪੀਸੀ ਦੀ ਜਿਹੜੀ ਸੈਕਸ਼ਨ 424 ਹੈਗੀ ਹੈ ਉਹਦੇ ਤਹਿਤ, ਜਾਂ ਫਿਰ ਪੰਜਾਬ ਮਿਊਨਿਸਪਲ ਐਕਟ 1884 ਦੇ ਤਹਿਤ ਸੈਕਸ਼ਨ 36 ਹੈ, ਉਹਦੇ ਤਹਿਤ ਜਿਹੜੇ ਮੁਕੱਦਮੇ ਦਾਇਰ ਕੀਤੇ ਜਾ ਸਕਦੇ ਹੈ, ਉਹਦੇ ਤੇ ਜਿਹੜਾ ਇਹ ਵਾਲਾ ਸਾਡਾ ਐਕਟ ਹੈਗਾ ਉਹ ਰੁਕਾਵਟ ਨਹੀਂ ਕ੍ਰੀਏਟ ਕਰਦਾ। 95 ਚ ਕਿਹਾ ਪੇਮੈਂਟ ਇਨਟੂ ਕੋਰਟ ਆਫ ਮਨੀ ਐਡਮਿਟਡ ਟੂ ਬੀ ਡਿਊ ਟੂ ਅ ਥਰਡ ਪਰਸਨ। ਕੋਈ ਵਿਅਕਤੀ ਹੈ, ਕੋਈ ਪਲੈਂਟਿਫ ਹੈ, ਉਹ ਕਿਸੇ ਡਿਫੈਂਡੈਂਟ ਦੇ ਖਿਲਾਫ ਮੁਕੱਦਮਾ ਫਾਈਲ ਕਰਦਾ ਹੈ, ਕਿਸੇ ਉਹਨੇ ਪੈਸੇ ਦੇ ਲੈਣ ਦੇਣ ਦੀ ਗੱਲ ਹੈ ਜਾਂ ਰੈਂਟ ਦੇ ਲੈਣ ਦੇਣ ਦੀ ਗੱਲ ਹੈ, ਤਾਂ ਜਿਹੜਾ ਡਿਫੈਂਡੈਂਟ ਹੈ ਉਹ ਜਾ ਕੇ ਕਹਿੰਦਾ ਵੀ ਹਾਂ ਮੈਂ ਰੈਂਟ ਦੇਣਾ ਤਾਂ ਹੈਗਾ, ਮੇਰੇ ਵੱਲ ਡਿਊ ਤਾਂ ਹੈਗਾ, ਪਰ ਇਹ ਵਿਅਕਤੀ ਜਿਹੜਾ ਮੁਕੱਦਮਾ ਦਾਇਰ ਕਰ ਰਿਹਾ ਹੈ ਪਲੈਂਟਿਫ, ਇਹਦੇ ਪੈਸੇ ਨਹੀਂ ਮੈਂ ਦੇਣੇ, ਕਿਸੇ ਥਰਡ ਪਰਸਨ ਹੋਰ ਕੋਈ ਵਿਅਕਤੀ ਹੈਗਾ ਉਹਦੇ ਪੈਸੇ ਦੇਣੇ ਨੇ, ਜਾਂ ਲੈਂਡਲੋਰਡ ਕੋਈ ਵੱਖਰਾ ਹੈਗਾ ਉਹਦਾ ਸ਼ੇਅਰ ਬਣਦਾ ਹੈਗਾ, ਇਹਦਾ ਸ਼ੇਅਰ ਨਹੀਂ ਬਣਦਾ ਹੈਗਾ, ਠੀਕ ਹੈ। ਤਾਂ ਅਜਿਹੀ ਸਥਿਤੀ ਦੇ ਵਿੱਚ ਜਦੋਂ ਕੋਈ ਡਿਫੈਂਡੈਂਟ ਆ ਕੇ ਕੋਰਟ ਦੇ ਵਿੱਚ ਇਹ ਗੱਲ ਕਹਿੰਦਾ ਤਾਂ ਉਸ ਨੂੰ ਕੀ ਹੋਏਗਾ, ਪਹਿਲਾਂ ਜਿਹੜੀ ਪੇਮੈਂਟ ਹੈ ਉਹ ਜਮ੍ਹਾਂ ਕਰਾਉਣੀ ਹੋਏਗੀ ਰੈਵਨਿਊ ਕੋਰਟ ਦੇ ਵਿੱਚ। ਪੇਮੈਂਟ ਜਮ੍ਹਾਂ ਵੇਅਰ ਸੱਚ ਏ ਪੇਮੈਂਟ ਇਜ਼ ਮੇਡ ਦ ਕੋਰਟ ਸ਼ੈਲ ਫੋਰਥਵਿਥ ਕਾਜ਼ ਨੋਟਿਸ ਆਫ ਦ ਪੇਮੈਂਟ। ਜਦੋਂ ਕੋਈ ਪੇਮੈਂਟ ਜਮ੍ਹਾਂ ਹੋ ਗਈ ਤਾਂ ਥਰਡ ਪਰਸਨ ਜਿਹੜਾ ਵਿਅਕਤੀ ਹੈਗਾ ਜਿਹਦੇ ਨਾਮ ਦੀ ਉਹ ਗੱਲ ਕਰਦਾ ਵੀ ਇਹ ਪੇਮੈਂਟ ਉਹਦੇ ਹੱਕ 'ਚ ਮੈਂ ਦੇਣੀ ਹੈ, ਤਾਂ ਉਸ ਵਿਅਕਤੀ ਨੂੰ ਜਿਹੜਾ ਨੋਟਿਸ ਭੇਜਿਆ ਜਾਂਦਾ 3 ਮਹੀਨੇ ਦੇ ਲਈ। unless the third person within 3 months from the receipt of notice institute a suit। ਜਿਹੜਾ ਉਹ ਵਿਅਕਤੀ ਹੈ ਥਰਡ ਪਰਸਨ ਹੈ, ਠੀਕ ਹੈ, ਜੋ ਆ ਕੇ ਮੁਕੱਦਮਾ ਦਾਇਰ ਨਹੀਂ ਕਰਦਾ ਵੀ ਹਾਂ ਮੈਂ ਲੈਣੇ ਆ ਪੈਸੇ, ਤਾਂ ਜਿਹੜੀ ਪੇਮੈਂਟ ਹੈ ਉਹ ਪਲੈਂਟਰ ਨੂੰ ਕਰ ਦਿੱਤੀ ਜਾਂਦੀ ਹੈ। ਜੋ ਮੁਕੱਦਮਾ ਦਾਇਰ ਕਰਦਾ ਹੈ ਤਾਂ ਫਿਰ ਮੁਕੱਦਮੇ ਦੇ ਮੁਤਾਬਕ ਜੋ ਫੈਸਲਾ ਹੁੰਦਾ ਹੈ ਉਹ ਦੇਖਿਆ ਜਾਂਦਾ ਹੈ। ਅਦਰਵਾਈਜ਼ ਜੇ 3 ਮਹੀਨੇ ਦੇ ਅੰਦਰ ਅੰਦਰ ਉਹ ਨਹੀਂ ਆਉਂਦਾ ਤਾਂ ਡਿਫੈਂਡੈਂਟ ਨੇ ਜਿਹੜੀ ਰਕਮ ਜਮ੍ਹਾਂ ਕਰਵਾਈ ਹੈ ਕਿਸੇ ਥਰਡ ਪਰਸਨ ਲਈ ਬੇਸ਼ੱਕ ਕਰਾਈ ਹੈ, ਤਾਂ ਪਲੈਂਟਰ ਨੇ ਜਿਹਨੇ ਮੁਕੱਦਮਾ ਦਾਇਰ ਕੀਤਾ ਰੈਵਨਿਊ ਕੋਰਟ ਦੇ ਵਿੱਚ, ਉਹ ਵੀ ਜਿਹੜੀ ਅਮਾਊਂਟ ਹੈਗੀ ਹੈ ਰੈਵਨਿਊ ਕੋਰਟ ਵੱਲੋਂ ਉਸ ਪਲੈਂਟਰ ਨੂੰ ਦੇ ਦਿੱਤੀ ਜਾਂਦੀ ਹੈ। ਨਾਲ ਹੀ ਇਹ ਕਿਹਾ ਗਿਆ ਸਬਸੈਕਸ਼ਨ 4 ਦੇ ਵਿੱਚ ਨਥਿੰਗ ਇਨ ਦਿਸ ਸੈਕਸ਼ਨ ਸ਼ੈਲ ਅਫੈਕਟ ਦ ਰਾਈਟਸ ਆਫ ਦ ਐਨੀ ਪਰਸਨ ਟੂ ਰਿਕਵਰ। ਮੰਨ ਲਓ ਪੇਮੈਂਟ ਦੇ ਦਿੱਤੀ ਰੈਵਨਿਊ ਕੋਰਟ ਨੇ, ਕਿਸੇ ਵਿਅਕਤੀ ਨੂੰ ਦੇ ਦਿੱਤੀ ਪੇਮੈਂਟ, 3 ਮਹੀਨੇ ਦੇ ਅੰਦਰ ਅੰਦਰ ਉਹ ਵਿਅਕਤੀ ਨਹੀਂ ਸੀ ਆਇਆ ਔਰ ਬਾਅਦ ਦੇ ਵਿੱਚ ਉਹ ਕਹਿੰਦਾ ਮੈਂ ਆ ਗਿਆ, ਠੀਕ ਹੈ, ਤੇ ਉਹ ਰਿਕਵਰੀ ਕਰਨਾ ਚਾਹੁੰਦਾ ਹੈ ਤਾਂ ਉਹ ਸੂਟ ਫਾਈਲ ਕਰਕੇ ਆਪਣੀ ਰਿਕਵਰੀ ਕਰ ਸਕਦਾ ਹੈ, ਉਹਨੂੰ ਸੂਟ ਫਾਈਲ ਕਰਨ ਦਾ ਅਧਿਕਾਰ ਹੈਗਾ। when a defendant pays money into the court under this section, ਜਦੋਂ ਕੋਈ ਡਿਫੈਂਡੈਂਟ ਹੈ ਜਿਹੜਾ ਉਹ ਮਨੀ ਪੇ ਕਰ ਦਿੰਦਾ ਹੈ ਰੈਵਨਿਊ ਕੋਰਟ ਦੇ ਵਿੱਚ, ਤਾਂ ਇਹ ਪ੍ਰਜ਼ਿਊਮ ਕਰ ਲਿਆ ਜਾਂਦਾ ਵੀ ਉਹਨੇ ਕੰਸਰਨਡ ਪਰਸਨ ਨੂੰ ਜਿਹੜੀ ਮਨੀ ਹੈ ਦੇ ਦਿੱਤੀ ਹੈ, ਉਸ ਤੋਂ ਬਾਅਦ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਸੈਕਸ਼ਨ 96 ਕੀ ਕਹਿੰਦਾ, ਐਗਜ਼ੀਕਿਊਸ਼ਨ ਆਫ ਡਿਕਰੀ ਫਾਰ ਦ ਏਰੀਆਜ਼ ਆਫ ਦ ਰੈਂਟ। ਰੈਂਟ ਦੀ ਕੋਈ ਡਿਕਰੀ ਹੈ ਪਾਸ ਹੋ ਚੁੱਕੀ ਹੈ ਕਿਸੇ ਟੈਨੈਂਟ ਦੇ ਖਿਲਾਫ, ਉਹਦੀ ਐਗਜ਼ੀਕਿਊਸ਼ਨ ਕੀਤੀ ਜਾਣੀ ਹੈ। ਐਗਜ਼ੀਕਿਊਸ਼ਨ ਕੀਤੀ ਜਾਣੀ, ਐਗਜ਼ੀਕਿਊਸ਼ਨ ਮਤਲਬ ਉਹਨੂੰ ਲਾਗੂ ਕਰਨਾ ਡਿਗਰੀ ਨੂੰ। A court passing a decree for areas of the rent may on the oral application of the decree holder order execution of the thereof against the movable property। ਕਿਸੇ ਮੂਵਲ ਪ੍ਰੋਪਰਟੀ ਦੇ ਅਗੇਂਸਟ ਵੀ ਜਿਹੜੀ ਉਹ ਡਿਗਰੀ ਹੈ ਲਾਗੂ ਕੀਤੀ ਜਾ ਸਕਦੀ ਹੈ, ਜਾਂ ਅਨਕਟ ਔਰ ਅਨਗੈਦਰਡ ਜਿਹੜੀ ਫਸਲ ਹੈਗੀ ਹੈ ਉਹਦੇ ਤੋਂ ਵੀ ਜਿਹੜੀ ਰਿਕਵਰੀ ਕੀਤੀ ਜਾ ਸਕਦੀ ਹੈ ਜੇ ਕੋਈ ਡਿਗਰੀ ਪਾਸ ਹੋ ਗਈ ਹੋਵੇ ਕਿਸੇ ਮਾਲਕ ਦੇ ਹੱਕ ਦੇ ਵਿੱਚ ਕਿਸੇ ਟੈਨੈਂਟ ਦੇ ਖਿਲਾਫ, ਨਹੀਂ ਕਿ ਉਹਦੀ ਖੜੀ ਫਸਲ ਨੂੰ ਵੇਚ ਕੇ ਵੀ ਜਿਹੜੇ ਪੈਸੇ ਹੈ ਉਹ ਦਿੱਤੇ ਜਾ ਸਕਦੇ ਆ। ਫਿਰ ਸੈਕਸ਼ਨ 97 ਚ ਕਿਹਾ ਪ੍ਰੋਹਿਬਿਸ਼ਨ ਆਫ ਇੰਪ੍ਰਿਜ਼ਨਮੈਂਟ ਆਫ ਟੈਨੈਂਟ। ਇਸ ਕਿਹਾ ਹੈਗਾ ਵੀ ਜਿਹੜੀ ਟੈਨੈਂਟ ਹੈਗਾ ਉਹਨੂੰ ਇੰਪ੍ਰਿਜ਼ਨਮੈਂਟ ਨਹੀਂ ਕੀਤੀ ਜਾ ਸਕਦੀ ਇਨ ਐਗਜ਼ੀਕਿਊਸ਼ਨ ਆਫ ਡਿਗਰੀ। ਰੈਂਟ ਦੀ ਕੋਈ ਡਿਗਰੀ ਪਾਸ ਹੋ ਗਈ ਕਿਸੇ ਲੈਂਡਲੋਰਡ ਦੇ ਹੱਕ ਦੇ ਵਿੱਚ ਤਾਂ ਟੈਨੈਂਟ ਨੂੰ ਜੇਲ੍ਹ 'ਚ ਨਹੀਂ ਭੇਜਿਆ ਜਾ ਸਕਦਾ ਉਹਦੀ ਰਿਕਵਰੀ ਵਾਸਤੇ। 98 ਚ ਕਿਹਾ ਗਿਆ ਪਾਵਰ ਟੂ ਰੈਫਰ ਪਾਰਟੀ ਟੂ ਸਿਵਲ ਕੋਰਟਸ। ਜਿੱਥੇ ਕਿਤੇ if any proceedings pending before a revenue court exercising original appellant or revisional, ਜੇ ਤਾਂ ਜਿਹੜੀ ਅਪੀਲ ਹੈ, ਜੇ ਤਾਂ original ਕੇਸ ਚੱਲ ਰਿਹਾ ਹੈ
ਕੋਰਟ ਦੇ ਵਿੱਚ, ਰੈਵਨਿਊ ਕੋਰਟ 'ਚ, ਚਾਹੇ ਕਿਸੇ ਕੋਈ ਪਾਰਟੀ ਅਪੀਲ ਵਿੱਚ ਆਈ ਹੈ, ਚਾਹੇ ਕੋਈ ਪਾਰਟੀ ਰਿਵੀਜ਼ਨ ਵਿੱਚ ਆਈ ਹੈ, ਜਦੋਂ ਕਿਤੇ ਰੈਵਨਿਊ ਕੋਰਟ ਨੂੰ ਇਹ ਗੱਲ ਲੱਗੇ ਵੀ ਜਿਹੜਾ ਮੁਕੱਦਮਾ ਹੈਗਾ ਇਹ ਰੈਵਨਿਊ ਕੋਰਟ ਦਾ ਮੁਕੱਦਮਾ ਨਹੀਂ ਹੈਗਾ, ਇਹ ਸਿਵਲ ਕੋਰਟ ਦਾ ਮੁਕੱਦਮਾ ਹੈਗਾ, ਤਾਂ ਜਿਹਦੀ ਹੈਗੀ ਹੈ ਕੰਟਰੋਲਿੰਗ ਅਥਾਰਟੀ ਤੋਂ ਪਰਮਿਸ਼ਨ ਲੈ ਕੇ, ਜਿਹਦੀ ਕੰਪੀਟੈਂਟ ਜਿਹੜੀ ਕੋਰਟ ਹੈਗੀ, ਜਿਸ ਕੋਰਟ ਦੇ ਵਿੱਚ ਇਹ ਮੁਕੱਦਮਾ ਚੱਲ ਰਿਹਾ ਹੈਗਾ, ਤਾਂ ਕੰਟਰੋਲਿੰਗ ਅਥਾਰਟੀ ਤੋਂ ਪਰਮਿਸ਼ਨ ਲੈ ਕੇ ਜਿਹੜਾ ਮੁਕੱਦਮਾ ਹੈਗਾ ਇਹ ਸਿਵਲ ਕੋਰਟ ਨੂੰ ਸੈਂਡ ਕੀਤਾ ਜਾਂਦਾ। ਇਹ ਸੂਟ ਇਨ ਦਾ ਸਿਵਲ ਕੋਰਟ ਫॉर द पर्पस ऑफ टेकिंग डिसीजन to control of which immediately subject required by order in writing, order ਕੀਤਾ ਜਾ ਸਕਦਾ ਹੈ writing ਦੇ ਵਿੱਚ, any party to the proceeding to institute within such time as it may fix in this behalf, ਮਤਲਬ ਟਾਈਮ ਫਿਕਸ ਕਰਕੇ ਜਿਹੜੀ ਪਾਰਟੀ ਹੈਗੀ ਹੈ ਉਹ ਕੰਸਰਨਡ ਪਾਰਟੀ ਨੂੰ ਡਾਇਰੈਕਸ਼ਨ ਦੇ ਸਕਦੀ ਹੈ ਵੀ ਜਿਹੜਾ ਤੁਸੀਂ ਮੁਕੱਦਮਾ ਜਾ ਕੇ ਆਪਦਾ ਸਿਵਲ ਕੋਰਟ ਫਾਈਲ ਕਰ ਸਕਦੇ ਹੋ। ਉਨੀ ਦੇਰ ਤੱਕ ਕਿਸੇ ਇੱਕ ਪੁਆਇੰਟ ਨੂੰ ਲੈ ਕੇ ਕੋਈ ਪੁਆਇੰਟ ਵਿੱਚ ਆ ਗਿਆ ਇਦਾਂ ਦਾ ਜਿੱਥੇ ਸਿਵਲ ਕੋਰਟ ਦੀ ਡਿਸੀਜਨ ਦੀ ਜ਼ਰੂਰਤ ਹੈਗੀ ਹੈ, ਤਾਂ ਉਨੀ ਦੇਰ ਤੱਕ ਜੇ ਮੁਕੱਦਮਾ ਚੱਲ ਰਿਹਾ ਰੈਵਨਿਊ ਕੋਰਟ ਦੇ ਵਿੱਚ, ਉਨੀ ਦੇਰ ਤੱਕ ਉਸ ਮੁਕੱਦਮੇ ਨੂੰ ਆਪਦੇ ਨੂੰ ਜਿਹੜਾ ਸਾਈਨ ਡਾਈ ਕਰਤਾ ਜਾ ਸਕਦਾ ਹੈ, ਪੈਂਡਿੰਗ ਰੱਖਿਆ ਜਾ ਸਕਦਾ ਹੈ, ਜਦੋਂ ਤੱਕ ਫਾਈਨਲ ਜਿਹੜਾ ਹੈਗਾ ਜੋ ਪੁਆਇੰਟਸ ਸਿਵਲ ਕੋਰਟ ਤੋਂ ਡਿਸਾਈਡ ਕਰਵਾਉਣੇ ਸੀ, ਜਦੋਂ ਤੱਕ ਸਿਵਲ ਕੋਰਟ ਵੱਲੋਂ ਉਹ ਆਰਡਰ ਫਾਈਨਲ ਨਹੀਂ ਹੋ ਜਾਂਦਾ, ਉਨੀ ਦੇਰ ਤੱਕ ਮੁਕੱਦਮਾ ਜਿਹੜਾ ਪੈਂਡਿੰਗ ਰੱਖਿਆ ਜਾਂਦਾ ਹੈ। ਫਾਈਨਲ ਡਿਸੀਜਨ ਜੇ ਆ ਜਾਂਦਾ ਹੈ ਤਾਂ ਫਾਈਨਲ ਡਿਸੀਜਨ ਦੇ ਮੁਤਾਬਕ ਜਿਹੜਾ ਹੈਗਾ ਫੈਸਲਾ ਕਰ ਦਿੱਤਾ ਜਾਂਦਾ ਹੈ। 99 ਚ ਕੀ ਹੈ, ਪਾਵਰ ਟੂ ਰੈਫਰ ਟੂ ਹਾਈ ਕੋਰਟ ਕੁਐਸਚਨਸ ਐਜ਼ ਟੂ ਦਾ ਜੁਰਿਸਡਿਕਸ਼ਨ, ਜਿੱਥੇ ਕਿਤੇ ਪ੍ਰੈਜ਼ਾਈਡਿੰਗ ਆਫੀਸਰ ਨੂੰ ਲੱਗਦਾ ਹੈ ਚਾਹੇ ਉਹ ਰੈਵਨਿਊ ਕੋਰਟ ਹੈ ਚਾਹੇ ਸਿਵਲ ਕੋਰਟ ਹੈ, ਚਾਹੇ ਉਹ ਰੈਵਨਿਊ ਕੋਰਟ ਹੈ ਚਾਹੇ ਸਿਵਲ ਕੋਰਟ ਦੀ ਗੱਲ, ਦੋਨਾਂ ਕੋਰਟਾਂ ਦੀ ਗੱਲ ਕੀਤੀ ਗਈ ਹੈ ਇੱਥੇ ਸੈਕਸ਼ਨ 99 ਦੇ ਵਿੱਚ। ਜਿੱਥੇ ਕਿਤੇ ਡਾਊਟ ਲੱਗਦਾ ਕੋਰਟ ਨੂੰ ਵੀ ਇਹ ਜਿਹੜਾ ਮੁਕੱਦਮਾ ਹੈਗਾ ਮੈਂ ਸੁਣ ਸਕਦਾ ਜਾਂ ਨਹੀਂ ਸੁਣ ਸਕਦਾ, ਡਾਊਟ ਹੈ ਵੀ ਮੈਨੂੰ ਸ਼ਾਇਦ ਇਹ ਮੁਕੱਦਮਾ ਸੁਣਨ ਤੋਂ ਰੋਕਿਆ ਗਿਆ ਹੈ, ਮੈਨੂੰ ਸ਼ਾਇਦ ਇਹ ਮੁਕੱਦਮਾ ਸੁਣਨ ਤੋਂ ਰੋਕਿਆ ਗਿਆ ਹੈ ਰੈਵਨਿਊ ਕੋਰਟ ਨੂੰ ਜਾਂ ਕਿਸੇ ਸਿਵਲ ਕੋਰਟ ਨੂੰ, ਇਹ ਡਾਊਟ ਹੁੰਦਾ ਹੈ ਤਾਂ ਰੈਵਨਿਊ ਕੋਰਟ ਜਾਂ ਸਿਵਲ ਕੋਰਟ ਉਸ ਮੁਕੱਦਮੇ ਨੂੰ ਡਿਸਟ੍ਰਿਕਟ ਜੱਜ ਰਾਹੀਂ ਜਾਂ ਕਮਿਸ਼ਨਰ ਰਾਹੀਂ, ਜੇਕਰ ਰੈਵਨਿਊ ਕੋਰਟ ਹੈ ਤਾਂ ਕਮਿਸ਼ਨਰ ਥਰੂ, ਜੇਕਰ ਉਹ ਸਿਵਲ ਕੋਰਟ ਹੈ ਤਾਂ ਡਿਸਟ੍ਰਿਕਟ ਜੱਜ ਦੇ ਥਰੂ ਜਿਹੜਾ ਮੁਕੱਦਮਾ ਹੈਗਾ ਹਾਈ ਕੋਰਟ ਨੂੰ ਭੇਜਿਆ ਜਾ ਸਕਦਾ ਹੈ। ਹਾਈ ਕੋਰਟ ਤੋਂ ਵੀ ਪਰਮਿਸ਼ਨ ਲਈ ਜਾ ਸਕਦੀ ਵੀ ਇਹ ਮੁਕੱਦਮਾ ਹੈਗਾ ਇੱਦਾਂ ਦਾ, ਸ਼ਾਇਦ ਮੈਨੂੰ ਇਸ ਕੇਸ ਦੇ ਵਿੱਚ ਮੁਕੱਦਮੇ ਦੀ ਸੁਣਵਾਈ ਕਰਨ ਦਾ ਅਧਿਕਾਰ ਨਹੀਂ ਹੈਗਾ, ਤਾਂ ਜਿਹੜਾ ਹਾਈ ਕੋਰਟ ਦੇ ਵਿੱਚ ਉਹ ਹਾਈ ਕੋਰਟ ਤੋਂ ਜਿਹੜੀ ਰੈਫਰੈਂਸ ਭੇਜਿਆ ਜਾਂਦਾ ਹੈ, ਹਾਈ ਕੋਰਟ ਦੇ ਵਿੱਚ ਜਦੋਂ ਰੈਫਰੈਂਸ ਚਲਾ ਜਾਂਦਾ ਹੈ on any such reference being made, the high court may order the presiding officer either to proceed, high court order ਕਰ ਸਕਦੀ ਹੈ ਉਸ ਆਫੀਸਰ ਨੂੰ ਵੀ ਇਸ ਮੁਕੱਦਮੇ ਦੀ ਜਿਹੜੀ ਪੈਰਵਾਈ ਸੁਣੀ ਜਾਵੇ, return the plaint for presentation to the other courts, ਜਾਂ ਇਹ ਕਿਹਾ ਜਾ ਸਕਦਾ ਵੀ ਇਸ ਨੂੰ ਫਲਾਨੀ ਕੋਰਟ ਦੇ ਵਿੱਚ ਜਾ ਕੇ ਸਬਮਿਟ ਕੀਤਾ ਜਾਵੇ, ਪੇਸ਼ ਕੀਤਾ ਜਾਵੇ। The order of the high court on such reference shall be conclusive, ਜਿਹੜਾ ਆਰਡਰ ਹਾਈ ਕੋਰਟ ਨੇ ਕਰ ਦਿੱਤਾ ਉਹ ਕਨਕਲੂਸਿਵ ਹੋਏਗਾ, ਉਹਦੇ ਤੇ ਹੋਰ ਕਿੰਤੂ ਪਰੰਤੂ ਨਹੀਂ ਕੀਤੀ ਜਾ ਸਕਦੀ। ਸਰ ਨੈਕਸਟ ਨੰਬਰ ਹਾਂਜੀ ਟਾਈਮ ਹੋ ਗਿਆ, ਹਾਂਜੀ ਸਰ, ਓਕੇ ਠੀਕ ਹੈ ਜੀ। ਅੱਜ ਦੀ ਜਿਹੜੀ ਕਲਾਸ ਹੈ ਇੱਥੇ ਬੰਦ ਕਰਾਂਗੇ ਆਪਾਂ, ਕਿਸ ਦਾ ਕੋਈ ਕੁਐਸਚਨ ਹੈ ਉਹ ਕਰ ਸਕਦਾ ਹੈ ਜੀ। ਹਾਂਜੀ, any question, any problem? Okay then, class is over, thank you very much.